ਪੋਲੀਟੀਕਲ ਪਾਰਟੀਆਂ ਇਲੈਕਸ਼ਨ ਤੋਂ ਪਹਿਲੇ ਆਪਣੀ ਮੈਨੀਫੈਸਟੋ ਜਾਰੀ ਕਰਦੀਆਂ, ਪਰ ਮੈਂ ਦੇਖਿਆ ਅਕਾਲੀ ਦਲ ਦੇ ਬਗੈਰ ਜਿੰਨੀਆਂ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਦੀ ਮੈਨੀਫੈਸਟੋ ਦੀ ਇੰਪਲੀਮੈਂਟੇਸ਼ਨ ਬਹੁਤ ਘੱਟ ਹੈ। ਸਾਡੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਇਸ ਕਰਕੇ ਬਣੀਆਂ ਕਿ ਅਸੀਂ ਜੋ ਕਿਹਾ ਉਹ ਕੀਤਾ। ਜਿੰਨੀਆਂ ਵੀ ਅੱਜ ਸਕੀਮਸ ਪੰਜਾਬ ਚੱਲ ਰਹੀਆਂ ਗਰੀਬ ਨੂੰ, ਕਿਸਾਨ ਨੂੰ, ਡਿਵੈਲਪਮੈਂਟ ਨੂੰ, ਉਹ ਸਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਹੀ ਬਣੀਆਂ। ਪਿਛਲੀ ਵਾਰ ਤੁਸੀਂ ਜਾਣਦੇ ਹੋ ਕੈਪਟਨ ਅਮਰਿੰਦਰ ਸਿੰਘ ਨੇ, ਕਾਂਗਰਸ ਪਾਰਟੀ ਨੇ ਸੋਨੀਆ ਗਾਂਧੀ ਦੇ ਅਪਰੂਵਲ ਤੇ ਜੋ ਮੈਨੀਫੈਸਟੋ ਕਾਂਗਰਸ ਦਾ ਜਾਰੀ ਹੋਇਆ ਸੀ ਉਹ ਸਰ ਮਨਮੋਹਨ ਸਿੰਘ, ਸੋਨੀਆ ਗਾਂਧੀ ਉਹਨਾਂ ਦੀ ਅਪਰੂਵਲ ਤੇ ਹੋਇਆ ਸੀ। ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ਮੁੱਕਰ ਗਏ ਤੇ ਇਹਨਾਂ ਦਾ ਇੰਪਲੀਮੈਂਟੇਸ਼ਨ ਪਿਛਲਾ ਮੈਨੀਫੈਸਟੋ ਮਿਲਾ 5% ਵੀ ਨਹੀਂ ਹੋਣਾ। ਤੇ ਆਮ ਆਦਮੀ ਪਾਰਟੀ ਤਾਂ ਤੁਹਾਨੂੰ ਪਤਾ ਹੀ ਹੈ ਉਹ ਕਹਿੰਦੀ ਕੁਛ ਹੈ ਕਰਤੀ ਕੁਛ ਹੈ, ਐਂਟੀ ਪੰਜਾਬ ਪਾਰਟੀ ਹੈ। ਸੋ ਸ਼੍ਰੋਮਣੀ ਅਕਾਲੀ ਦਲ BSP ਨੇ ਬੜੀ ਸੋਚ ਸਮਝ ਕੇ ਜਿਸ ਚੀਜ਼ ਦੀ ਲੋੜ ਹੈ ਉਹਨੂੰ ਦੇਖ ਕੇ ਕਿਵੇਂ ਉਹ ਫਾਈਨੈਂਸ਼ੀਅਲੀ ਪੂਰਾ ਕਰਾਂਗੇ ਉਹ ਸਾਰਾ ਸਮਝ ਕੇ ਅਸੀਂ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਇਹਦੇ ਕਈ ਹਾਈਲਾਈਟਸ ਹੈ, ਮੈਂ ਇੱਕ ਇੱਕ ਕਰਕੇ ਤੁਹਾਡੇ ਕੋਲੇ ਇੱਕ ਹਾਈਲਾਈਟ ਚਾਹੂੰਗਾ। ਇੱਕ ਤਾਂ ਪਹਿਲੇ ਮੈਂ ਸ਼ੁਰੂ ਕਰਦਾ ਵੈਲਫੇਅਰ ਸਕੀਮਸ ਤੇ ਜਿਹੜੀ ਪੈਨਸ਼ਨ ਹੈ 1500 ਰੁਪਇਆ ਪੈਨਸ਼ਨ ਅੱਜ ਬਜ਼ੁਰਗਾਂ ਨੂੰ ਮਿਲ ਰਹੀ ਹੈ। ਅਸੀਂ ਸਾਡੀ ਆਉਣ ਵਾਲੀ ਸਰਕਾਰ ਵਿੱਚ 1500 ਤੋਂ ਵਧਾ ਕੇ 3100 ਰੁਪਇਆ ਪੈਨਸ਼ਨ ਕੀਤੀ ਜਾਊਗੀ ਪੰਜਾਬ ਵਿੱਚ। ਜਿਹੜੀ ਸ਼ਗਨ ਸਕੀਮ ਬਾਦਲ ਸਾਹਿਬ ਨੇ ਪੰਜਾਬ 'ਚ ਸ਼ੁਰੂ ਕੀਤੀ ਸੀ, ਯਾਦ ਆ 15000 ਰੁਪਇਆ ਪਹਿਲੇ ਸ਼ਗਨ ਦਿੰਦੇ ਹੁੰਦੇ ਸੀ ਜੋ ਸ਼ੁਰੂ ਕੀਤੀ ਸੀ ਬਾਦਲ ਸਾਹਿਬ ਨੇ, ਹੁਣ 51000 ਹੈ ਤੇ ਅਸੀਂ ਵਧਾ ਕੇ 75000 ਰੁਪਇਆ ਇੱਕ ਸ਼ਾਦੀ ਲੜਕੀ ਦੀ ਸ਼ਾਦੀ ਵਾਸਤੇ ਦੇਵਾਂਗੇ। ਦੋਨੋਂ ਵੀ ਸਕੀਮਾਂ, ਪੈਨਸ਼ਨ ਵੀ ਅਸੀਂ ਸ਼ੁਰੂ ਕੀਤੀ ਸੀ, ਸ਼ਗਨ ਵੀ। ਹੁਣ ਅੱਗੇ ਇੱਕ ਅਸੀਂ ਐਕਟੀ ਮੇਰਾ ਬਹੁਤ ਵੱਡਾ ਥਰਸਟ ਗਰੀਬਾਂ ਦੇ ਮਕਾਨ ਬਣਾਉਣ ਤੇ ਰਹਿਣਾ ਹੈ। 5 ਲੱਖ ਮਕਾਨ ਅਸੀਂ ਗਰੀਬਾਂ ਦੇ 5 ਸਾਲਾਂ 'ਚ ਬਣਾਉਣੇ ਆ, ਤਕਰੀਬਨ 1 ਲੱਖ ਮਕਾਨ 1 ਸਾਲ ਦਾ ਅਕ੍ਰੋਸ ਸਟੇਟ ਇਨ ਅ ਲਾਰਜ ਸਕੇਲ ਜਿਨ੍ਹਾਂ ਕੋਲੇ ਕੋਈ ਮਕਾਨ ਨਹੀਂ ਹੈ। ਸੋ ਆ ਇੱਕ ਬਹੁਤ ਵੱਡਾ ਅਸੀਂ ਸਕੀਮ ਲੈ ਕੇ ਆਏ ਹਾਂ। ਇੱਕ ਅਸੀਂ ਪਿਛਲੀ ਵਾਰ ਭਾਈ ਕਨਈਆ ਸਕੀਮ ਅਸੀਂ ਲਿਆਂਦੀ ਜਿੱਥੇ 2 ਲੱਖ ਰੁਪਏ ਤੱਕ ਮੈਡੀਕਲ ਇੰਸ਼ੋਰੈਂਸ ਸੀ, ਤੁਸੀਂ ਕਿਤੇ ਮਰਜ਼ੀ ਇਲਾਜ ਕਰਾ ਸਕਦੇ ਹੋ, ਪਰ ਕਾਂਗਰਸ ਨੇ ਬੰਦ ਕਰ ਦਿੱਤੀ। ਅਸੀਂ ਭਾਈ ਕਨਈਆ ਸਕੀਮ ਫਿਰ ਤੋਂ ਲਾਂਚ ਕਰਾਂਗੇ, ਫਿਰ ਤੋਂ ਲੈ ਕੇ ਆਵਾਂਗੇ, ਪਰ ਹੁਣ 10 ਲੱਖ ਰੁਪਏ ਮੈਡੀਕਲ ਇੰਸ਼ੋਰੈਂਸ ਹੋਊਗੀ ਪਰਿਵਾਰ ਦੀ, ਪੂਰੇ ਪਰਿਵਾਰ ਦੀ। ਜਿੰਨੇ ਵੀ ਇੱਕ ਅਸੀਂ ਸਟੂਡੈਂਟ ਕਾਰਡ ਸਕੀਮ ਅਸੀਂ ਲੈ ਕੇ ਆ ਰਹੇ ਹਾਂ। ਜਿਹੜੇ ਬੱਚਾ ਬੱਚੀ ਨੇ ਕਿਤੇ ਵੀ ਐਡਮਿਸ਼ਨ ਲੈਣੀ ਹੈ ਹਿੰਦੁਸਤਾਨ 'ਚ, ਭਾਵੇਂ ਦਿੱਲੀ, ਭਾਵੇਂ ਚੰਡੀਗੜ੍ਹ, ਭਾਵੇਂ ਬੰਬੇ, ਭਾਵੇਂ ਬਾਹਰਲੇ ਮੁਲਕ, ਉਹਨਾਂ ਨੂੰ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾਇਆ ਜਾਊਗਾ। ਉਸ ਯੂਨੀਵਰਸਿਟੀ ਦਾ ਸਿੱਧੀ ਜਿਹੀ ਐਡਮਿਸ਼ਨ ਮਿਲ ਜਾਂਦੀ ਹੈ, ਸਾਨੂੰ ਉਹ ਚਿੱਠੀ ਭੇਜਣਗੇ, ਅਕਾਊਂਟ ਨੰਬਰ ਅਪਰੂਵਲ ਦੇਣਗੇ ਤੇ 10 ਲੱਖ ਰੁਪਇਆ ਸਟੂਡੈਂਟ ਕਾਰਡ ਦੇ ਲਿਮਿਟ ਹੋਊਗੀ ਕਿ ਉਹਨਾਂ ਨੂੰ ਉਸ 10 ਲੱਖ ਚੋਂ ਜਿੰਨਾ ਪੈਸਾ ਯੂਨੀਵਰਸਿਟੀ ਨੂੰ ਜਾਣਾ ਹੈ ਉਸ 10 ਲੱਖ ਦੀ ਲਿਮਿਟ ਤੋਂ ਉਹਨਾਂ ਨੂੰ ਜਾਊਗਾ। ਬਾਕੀ ਅਸੀਂ ਜਿਹੜੀ ਐਜੂਕੇਸ਼ਨ ਵਾਸਤੇ ਮੈਂ ਜਿਹੜਾ ਸਰਕਾਰੀ ਢਾਂਚਾ ਹੈ ਸਕੂਲਾਂ ਦਾ ਉਹ ਮੈਂ ਬਿਲਕੁਲ ਰੀਵੈਂਪ ਕਰਨਾ ਹੈ। ਮੇਰੀਆਂ ਪ੍ਰਾਇਰਟੀਜ਼ ਇਸ ਆਉਣ ਵਾਲੀ ਸਰਕਾਰ ਦੀਆਂ 2 ਵੱਡੀਆਂ ਪ੍ਰਾਇਰਟੀਜ਼ ਹੈ। ਇੱਕ ਸਰਕਾਰੀ ਸਕੂਲ ਦਾ ਸਿਸਟਮ ਠੀਕ ਕਰਨਾ, ਦੂਜਾ ਹਸਪੀਟਲ ਠੀਕ ਕਰਨੇ, ਸਰਕਾਰੀ ਮੈਡੀਕਲ ਹਸਪੀਟਲ। ਆ 2 ਮੇਨ ਥਰਸਟ ਹੈ। ਸਰਕਾਰੀ ਸਕੂਲ ਜੇ ਠੀਕ ਕਰਨ ਵਾਸਤੇ ਜਿਹੜੇ ਆਪਣੇ ਪਿੰਡਾਂ ਵਿੱਚ 2 ਕਮਰੇ, 6 ਕਮਰੇ, 7 ਕਮਰਿਆਂ ਦੇ ਸਕੂਲ ਹੈ, 2 ਟੀਚਰ ਹੈ, 3 ਟੀਚਰ ਹੈ, ਅੱਧੇ ਕੋਈ ਨਾ ਲੈਬੋਰੇਟਰੀਜ਼ ਹੈ, ਨਾ ਕੰਪਿਊਟਰ ਹੈਗੇ, ਲੈਬਸ ਹੈ, ਕੁਛ ਵੀ ਨਹੀਂ ਹੈ। ਆਹੀ ਕਾਰਨ ਹੈ ਕਿ 10ਵੀਂ ਦੇ ਬਾਅਦ ਬੱਚੇ ਅੱਗੇ ਨਹੀਂ ਪੜ੍ਹਦੇ, 10ਵੀਂ ਦੇ ਬਾਅਦ
ਬਾਹਰ ਨੌਕਰੀ ਕਰਨ ਜੋਗੇ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਨੰਬਰ ਵੀ ਨਹੀਂ ਆਉਂਦੇ, ਕੁਆਲਿਟੀ ਆਫ ਐਜੂਕੇਸ਼ਨ ਹੈ ਨਹੀਂ। ਮੇਰਾ ਸਟ੍ਰੈਸ ਐਕਟੀ ਕੁਆਲਿਟੀ ਤੇ ਹੈ, ਕੁਆਂਟੀਟੀ ਤੇ ਨਹੀਂ। ਸੋ ਉਹਦੇ ਵਾਸਤੇ ਅਸੀਂ ਹਰ 25,000 ਆਬਾਦੀ ਦੇ ਅੰਦਰ 5,000 ਬੱਚੇ ਦਾ ਮੈਗਾ ਸਕੂਲ ਬਣਾਵਾਂਗੇ। ਮਤਲਬ ਇੱਕ ਹਲਕੇ 'ਚ ਤਕਰੀਬਨ 10-12 ਮੈਗਾ ਸਕੂਲ ਸਰਕਾਰੀ ਬਣਾਏ ਜਾਣਗੇ। ਉਹਨਾਂ ਦੇ ਟੀਚਰਾਂ ਦੇ ਮਕਾਨ ਵੀ ਉਹਦੇ ਵਿੱਚ ਹੋਣਗੇ। ਕੰਪਲੈਕਸ ਹੋਊਗਾ 10 ਏਕੜ ਦੇ ਵਿੱਚ, ਉਹਦੇ ਵਿੱਚ ਨਾਲ ਹੀ ਸਟੇਡੀਅਮ ਜਾਂ ਲੈਬੋਰੇਟਰੀ ਸਾਰਾ ਕੁਝ ਕੰਪਲੈਕਸ ਹੋ ਜਾਊਗਾ। ਘੱਟ ਤੋਂ ਘੱਟ ਜਿਹੜੇ ਬੱਚੇ ਉੱਥੇ ਪੜ੍ਹਨਗੇ ਉਹਨਾਂ ਨੂੰ ਕੁਆਲਿਟੀ ਪੜ੍ਹਾਈ ਹੋਊਗੀ। ਦੂਜੀ ਗੱਲ ਅਸੀਂ ਐਕਟ ਲੈ ਕੇ ਆਵਾਂਗੇ ਕਿ ਜਿੰਨੇ ਵੀ ਕਾਲਜ ਪੰਜਾਬ ਦੇ ਆ ਪ੍ਰਾਈਵੇਟ ਜਾਂ ਸਰਕਾਰੀ 33% ਸੀਟਾਂ ਰਿਜ਼ਰਵ ਕਰਨੀਆਂ ਪੈਣੀਆਂ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ, ਤੇ ਉਹਦਾ ਖਰਚਾ ਵੀ ਪੰਜਾਬ ਸਰਕਾਰ ਦੇਗੀ। ਮੈਂ ਚਾਹੁੰਦਾ ਕਿ ਆਪਣੇ ਗਰੀਬ ਬੱਚੇ ਸਰਕਾਰੀ ਸਕੂਲ ਦੇ ਪੜ੍ਹੇ ਕਾਲਜਾਂ ਜਾਣ, ਚੰਗੇ ਨੰਬਰ ਲੈਣ, ਉਹਦੇ ਬਾਅਦ ਚੰਗੇ ਜੌਬਸ ਕ੍ਰੀਏਟ ਹੋਣ। 6 ਯੂਨੀਵਰਸਿਟੀਆਂ ਅਸੀਂ ਪਲਾਨ ਕੀਤੀਆਂ ਜਿਹੜੀਆਂ ਅਸੀਂ ਇਮੀਡੀਏਟਲੀ ਆਪਣੀ ਸਰਕਾਰ 'ਚ ਬਣਾਵਾਂਗੇ। ਇੱਕ ਬਾਬੂ ਕਾਂਸ਼ੀ ਰਾਮ ਜੀ ਦੇ ਨਾਂ ਤੇ ਦੁਆਬੇ 'ਚ ਇੱਕ ਯੂਨੀਵਰਸਿਟੀ ਬਣਾਈ ਜਾਊਗੀ। ਭਗਵਾਨ ਵਾਲਮੀਕੀ ਜੀ ਦੇ ਨਾਂ ਤੇ ਇੱਕ ਯੂਨੀਵਰਸਿਟੀ ਬਣਾਈ ਜਾਊਗੀ। ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣਾਈ ਜਾਊਗੀ। ਇੱਕ ਅਸੀਂ ਸਕਿੱਲ ਯੂਨੀਵਰਸਿਟੀ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਸਕਿੱਲ ਯੂਨੀਵਰਸਿਟੀ ਉਹ ਬਣਾਈ ਜਾਊਗੀ। ਉਹਦੇ 'ਚ ਕੀ ਮੇਰਾ ਪਲਾਨ ਕੀ ਹੈ, ਹਰ ਕੰਪਨੀ ਨੂੰ ਇੱਕ ਸਕਿੱਲ ਯੂਨੀਵਰਸਿਟੀ ਦਾ ਇੱਕ ਡਿਪਾਰਟਮੈਂਟ ਦਿੱਤਾ ਜਾਊਗਾ। ਜਿਵੇਂ L&T ਹੈ, ਉਹ ਕੰਸਟਰਕਸ਼ਨ ਦਾ ਸੈਕਸ਼ਨ ਜਿਹੜਾ ਡਿਪਾਰਟਮੈਂਟ ਹੋਊਗਾ ਉਹਦਾ ਹੋਊਗਾ। ਬਹੁਤ ਵਧੀਆ L&T ਨੇ ਸਕਿੱਲ ਕਾਲਜ ਖੋਲਿਆ ਲੰਬੀ ਹਲਕੇ 'ਚ, ਜਿੱਥੇ ਮੇਸਨਰੀ, ਇਲੈਕਟ੍ਰੀਕਲ ਸਾਰੇ ਦੀ ਟ੍ਰੇਨਿੰਗ ਹੁੰਦੀ ਹੈ ਬੱਚਿਆਂ ਨੂੰ। ਸੋ ਇੱਕ ਕੈਂਪਸ ਜਿਵੇਂ ਟਾਟਾਜ਼ ਨਾਲ ਗੱਲ ਕਰਕੇ ਅਸੀਂ ਜਦੋਂ ਹੈਵੀ ਡਰਾਈਵਿੰਗ ਟ੍ਰੇਨਿੰਗ ਪਲੱਸ ਮਕੈਨਿਕਸ ਦੀ ਉਹ ਜਿਹੜੀ ਸਕਿੱਲ ਡਿਵੈਲਪਮੈਂਟ ਹੋਊਗੀ, ਉਵੇਂ ਓਸਵਾਲਸ ਨਾਲ ਮਿਲ ਕੇ ਅਸੀਂ ਟੈਕਸਟਾਈਲ ਤੇ ਉਹਨਾਂ ਦੇ ਵਿੱਚ ਕਰਾਂਗੇ। ਉਵੇਂ ਜਿਵੇਂ ਸੋਨਾਲੀਕਾ ਤੇ ਇਹਨਾਂ ਨਾਲ ਕਰਕੇ ਦੇ ਵਿਲ ਲੁੱਕ ਐਟ ਆਟੋਮੋਬਾਈਲ ਪਾਰਟਸ ਦੀ ਟ੍ਰੇਨਿੰਗ ਦੀ। ਸੋ ਵੀ ਵਿਲ ਗਿਵ ਇੱਕ 200 ਏਕੜ ਦੇ ਕੈਂਪਸ ਵਿੱਚ ਇੰਡਸਟਰੀ ਦੇ ਸੈਪਰੇਟ ਕੈਂਪਸ ਬਣਾ ਕੇ, ਤੇ ਉਹ ਜਿਹੜੀ ਸਕਿੱਲ ਯੂਨੀਵਰਸਿਟੀ ਹੈ ਚਲਾਊਗੀ ਵੀ ਆ, ਇੰਡਸਟਰੀ ਚਲਾਊਗੀ। ਉਹਨਾਂ ਦਾ ਬੋਰਡ ਬਣ ਜਾਊਗਾ ਜਿਨ੍ਹਾਂ ਦਾ ਹੈਗਾ। ਇੱਕ ਅਸੀਂ ਅੱਜ ਕੱਲ ਏਵੀਏਸ਼ਨ ਦੀ ਬੜੀ ਮੰਗ ਹੈ, ਸੋ ਘੱਟ ਤੋਂ ਘੱਟ 3 ਜਾਂ 4 ਫਲਾਈਂਗ ਅਕੈਡਮੀਜ਼ ਅਸੀਂ ਪੰਜਾਬ 'ਚ ਖੋਲਾਂਗੇ। ਇੱਕ ਨਿਊ ਚੰਡੀਗੜ੍ਹ ਵਿੱਚ ਫਿਲਮ ਸਿਟੀ ਬਣਾਈ ਜਾਊਗੀ, ਕਿਉਂਕਿ ਅੱਜ ਦੇਖੋ ਨਾਰਥ ਇੰਡੀਆ 'ਚ ਕੋਈ ਫਿਲਮ ਪ੍ਰੋਡਕਸ਼ਨ ਤੇ ਐਡੀਟਿੰਗ ਇਹ ਜੀ ਕੋਈ ਫੈਸਿਲਿਟੀ ਨਹੀਂ ਹੈ। ਸੋ ਸਾਰੇ ਹੀ ਬੰਬੇ ਸਾਰੀਆਂ ਹੁੰਦੀਆਂ, ਜਿੰਨੇ ਹੀ ਪੰਜਾਬੀ ਫਿਲਮ ਇੰਡਸਟਰੀ ਹੈ, ਮਿਊਜ਼ਿਕ ਇੰਡਸਟਰੀ ਹੈ, ਸਾਰੀ ਨੂੰ ਇੱਕ ਬਹੁਤ ਵੱਡਾ ਅਸੀਂ ਕੱਲਾ ਪ੍ਰੋਫੈਸ਼ਨਲ ਅਸੀਂ ਇੱਥੇ ਫਿਲਮ ਸਿਟੀ ਬਣਾਵਾਂਗੇ ਮੁਹਾਲੀ ਵਿੱਚ। ਇੱਕ ਮੈਂ 2 ਗੱਲਾਂ ਹੋਰ ਕਰਨ ਲੱਗੇ ਹਾਂ। ਇੱਕ ਕੰਢੀ ਏਰੀਆ ਡਿਵੈਲਪਮੈਂਟ ਮਿਨਿਸਟਰੀ। ਜਿੰਨਾ ਕੰਢੀ ਏਰੀਆ ਹੈ ਉਹਨਾਂ ਦੀਆਂ ਮੁਸ਼ਕਲਾਂ ਬਹੁਤ ਅਲੱਗ ਹੈ ਆਪਣੇ ਨਾਲੋਂ, ਬਾਕੀ ਪੰਜਾਬ ਨਾਲੋਂ। ਉੱਥੇ ਲੋਕਾਂ ਦਾ ਰਹਿਣ ਸਹਿਣ ਪ੍ਰੋਬਲਮਸ, ਪਾਣੀ ਦੀ, ਪੀਣ ਵਾਲੇ ਦੀ, ਇਰੀਗੇਸ਼ਨ ਦੀ, ਹੋਰ ਬਹੁਤ ਪ੍ਰੋਬਲਮ, ਕਿਉਂਕਿ ਪਹਾੜੀ ਏਰੀਆ। ਤਕਰੀਬਨ 20-22 ਹਲਕੇ ਆਉਂਦੇ ਆ ਕੰਢੀ ਏਰੀਏ ਵਿੱਚ। ਡੇਰਾਬੱਸੀ ਤੋਂ ਲੈ ਕੇ ਪਠਾਨਕੋਟ ਤੱਕ ਕੰਢੀ ਏਰੀਆ ਜਾਂਦਾ ਹੈ। ਸੋ ਸੈਪਰੇਟ ਮਿਨਿਸਟਰ, ਸੈਪਰੇਟ ਮਿਨਿਸਟਰੀ ਕੰਢੀ ਏਰੀਆ ਡਿਵੈਲਪਮੈਂਟ ਮਿਨਿਸਟਰੀ, ਤੇ ਉਹਦਾ ਬਜਟ ਵੀ ਸੈਪਰੇਟ ਅਸੀਂ ਐਲੋਕੇਟ ਕਰਾਂਗੇ ਉਸ ਮਿਨਿਸਟਰੀ ਨੂੰ, ਸੋ ਦੈਟ ਉਹ ਜਿਹੜਾ ਮਿਨਿਸਟਰ ਹੋਊਗਾ ਉਹ ਕੱਲਾ ਉਸ ਤਰਫ ਕੰਢੀ ਏਰੀਆ ਤਰਫ ਡਿਵੈਲਪਮੈਂਟ ਦੀ ਤਰਫ ਉਹ ਕਨਸੈਂਟਰੇਟ ਕਰੂਗਾ। ਇੱਕ ਅਸੀਂ ਫੋਰਨ ਇੰਪਲੋਇਮੈਂਟ ਐਂਡ ਐਜੂਕੇਸ਼ਨ ਮਿਨਿਸਟਰੀ ਬਣਾਵਾਂਗੇ। ਫੋਰਨ ਇੰਪਲੋਇਮੈਂਟ ਐਂਡ ਐਜੂਕੇਸ਼ਨ, ਆ ਜਿਹੜੇ ਏਜੰਟ ਹੈ ਆਪਣੀ ਜਵਾਨੀ ਨੂੰ ਬਰਬਾਦ ਕਰਤਾ ਇਹਨਾਂ ਏਜੰਟਸ ਨੇ। ਲੋਕਾਂ ਨੂੰ ਪੈਸੇ ਲੈ ਕੇ ਜਾਲੀ ਕਾਗਜ਼ ਦੇ ਕੇ ਬਾਹਰ ਲੈ ਜਾਂਦੇ, ਉੱਥੇ ਵਿਚਾਰੇ ਆਪਣੇ ਜੇਲ੍ਹਾਂ 'ਚ ਹੁੰਦੇ ਆ। ਸੋ ਜਿਹੜੀ ਸਾਡੀ ਮਿਨਿਸਟਰੀ ਹੋਊਗੀ, ਜਿਹੜੇ ਅਸੀਂ ਉਹ ਮਿਨਿਸਟਰ ਤੇ ਉਹ ਮਿਨਿਸਟਰੀ ਸਾਰੀ ਐਮਬੈਸੀਜ਼ ਨਾਲ ਤਾਲਮੇਲ ਕਰਕੇ ਜਿਹਨੇ ਅਵੇਲੇਬਲ ਜੌਬਸ ਤੇ ਉਹ ਕੰਪਨੀ ਦੀ ਬੈਕਗਰਾਊਂਡ ਚੈੱਕ ਸਾਰਾ ਕੁਝ ਉਹ ਮਿਨਿਸਟਰੀ ਕਰੂਗੀ।
ਤੇ ਉਹ ਪਬਲਿਸਾਈਜ਼ ਕਰੂਗੀ ਕਿ ਜੀ ਆ ਨੌਕਰੀਆਂ ਇੱਥੇ ਦੁਬਈ 'ਚ ਹੈ, ਆ ਰੁਕਿਆ ਅਬੂ ਧਾਬੀ 'ਚ ਹੈ, ਆ ਨੌਕਰੀਆਂ ਕਿਤੇ ਹੋਰ ਦੇਸ਼ 'ਚ ਹੈ, ਆ ਕੰਪਨੀਆਂ, ਆ ਕੰਪਨੀ ਦਾ ਚੈੱਕ ਹੈ। ਉਹ ਸਾਰੀ ਵੈਰੀਫਿਕੇਸ਼ਨ ਅਸੀਂ ਕਰਾਂਗੇ ਸੋ ਦੈਟ ਐਂਡ ਉਹਦੇ ਬਾਅਦ ਸਿਲੈਕਸ਼ਨ ਵੀ ਥਰੂ ਸਾਡੀ ਮਿਨਿਸਟਰੀ ਥਰੂ ਹੀ ਉਹਨਾਂ ਦੀ ਸਾਡੀ ਜੁਆਇੰਟ ਵੈਂਚਰ ਹੋ ਜਾਊਗਾ ਉਹ ਕੰਪਨੀਆਂ ਨਾਲ ਤੇ ਸਾਡੇ ਨਾਲ ਤੇ ਐਮਬੈਸੀ ਨਾਲ ਤਾਲਮੇਲ ਕਰਕੇ, ਕਿਉਂਕਿ ਆਪਣੇ ਜਿਹੜੇ ਨੌਜਵਾਨ ਬੱਚੇ ਜਾਂਦੇ ਆ ਉੱਥੇ ਕਿਹਾ ਜਾਂਦਾ ਤੁਹਾਨੂੰ 2 ਲੱਖ ਰੁਪਏ ਮਹੀਨਾ ਦੇਵਾਂਗੇ, ਜਾਂਦੇ ਆ 50,000 ਮਿਲਦਾ, 1.5 ਲੱਖ ਏਜੰਟ ਖਾ ਜਾਂਦੇ ਆ। ਸੋ ਹੈਰਸਮੈਂਟ ਤੇ ਜਿਹੜੀ ਐਜੂਕੇਸ਼ਨ ਵਾਸਤੇ ਬਹੁਤ ਬੱਚੇ ਆਪਣੇ ਬਾਹਰ ਜਾ ਰਹੇ ਆ, ਉੱਥੇ ਵੀ ਕਈ ਜਾਲੀ ਯੂਨੀਵਰਸਿਟੀਆਂ ਪੈਦਾ ਹੋ ਗਈਆਂ ਜਿਹੜੀਆਂ ਨਾ ਪੜਾਉਣ, ਕੱਲੇ ਕਾਗਜ਼ ਕਾਰਵਾਈ ਕਰ ਰਹੀਆਂ। ਅਸੀਂ ਅਪਰੂਵਲ ਦੇਵਾਂਗੇ ਕਿ ਕੈਨੇਡਾ ਵਿੱਚ ਆ ਯੂਨੀਵਰਸਿਟੀਆਂ ਅਪਰੂਵਡ ਹੈ, ਆਸਟ੍ਰੇਲੀਆ ਵਿੱਚ ਆ ਜਿਹੜੀਆਂ ਯੂਨੀਵਰਸਿਟੀਆਂ ਠੀਕ ਹੈ, ਨਿਊਜ਼ੀਲੈਂਡ ਵਿੱਚ ਆ ਜਿੱਥੇ ਇੱਥੇ ਜਾਣਾ ਚਾਹੁੰਦੇ ਆ। ਉਹ ਮਿਨਿਸਟਰੀ ਦਾ ਕੰਮ ਹੀ ਹੋਊਗਾ ਫੋਰਨ ਇੰਪਲੋਇਮੈਂਟ ਤੇ ਐਜੂਕੇਸ਼ਨ ਵਾਸਤੇ ਤਾਲਮੇਲ। ਸੋ ਜਿਹੜੇ ਬੱਚੇ ਨੇ ਐਡਮਿਸ਼ਨ ਲੈਣੀ ਹੈ, ਜਿਹੜਾ ਅਸੀਂ 10 ਲੱਖ ਰੁਪਏ ਸਟੂਡੈਂਟ ਕਾਰਡ ਸਕੀਮ ਹੈ, ਉਹ ਉਹਦੇ ਰਾਹੀਂ ਉਹ ਮਿਨਿਸਟਰੀ ਰਾਹੀਂ ਇੰਪਲੀਮੈਂਟ ਕੀਤੀ ਜਾਊਗੀ। ਇੱਕ ਅਸੀਂ 400 ਯੂਨਿਟ ਬਿਜਲੀ ਦੇ ਜਿਹੜੇ ਉਹ ਅਸੀਂ ਹਰ ਪਰਿਵਾਰ ਵਾਸਤੇ SC BC ਤੇ ਜਨਰਲ 400 ਯੂਨਿਟ ਬਿਜਲੀ ਦੇ ਹਰ ਮਹੀਨੇ ਉਹ ਪਹਿਲੇ ਫ੍ਰੀ ਹੋਣਗੇ। ਉਹਦੇ ਉੱਤੇ ਜੋ ਬਿੱਲ ਆਇਆ ਕਰੂਗਾ ਉਹਦੇ ਜਿਹੜਾ ਦਿੱਤਾ ਜਾਊਗਾ। ਇੱਕ ਲਾਰਜ ਸਕੇਲ ਇੰਡਸਟਰੀ ਨੂੰ ਤੇ ਇੰਡਸਟਰੀ ਨੂੰ ਤਾਂ 5 ਰੁਪਏ ਯੂਨਿਟ ਦੇ ਰਹੇ ਆ, ਪਰ ਅਸੀਂ ਲਾਰਜ ਸਕੇਲ ਤੇ ਹੈਵੀ ਇੰਡਸਟਰੀ ਨੂੰ ਇਨਕਰੇਜ ਕਰਾਂਗੇ ਸੋਲਰ ਪਲਾਂਟ ਲਾ ਦੇਣ, ਆਪਣੇ ਆਪ ਸੋਲਰ ਪਲਾਂਟ ਲਾ ਦੇਣ ਤੇ ਵੀਲਿੰਗ ਚਾਰजेस ਅਸੀਂ ਖਤਮ ਕਰ ਦਾਂਗੇ। ਘੱਟ ਤੋਂ ਘੱਟ ਉਹਨਾਂ ਨਾਲ 4 ਸਾਲ ਬਾਅਦ ਉਹਨਾਂ ਦੀ ਬਿਜਲੀ ਦੀ ਕਾਸਟ ਤਕਰੀਬਨ ਜ਼ੀਰੋ ਦੇ ਨੇੜੇ ਹੋ ਜਾਊਗਾ। ਜਿਹੜੀ 14,000 ਕਰੋੜ ਦੀ ਸਬਸਿਡੀ ਅਸੀਂ ਦੇ ਰਹੇ ਹਾਂ ਬਿਜਲੀ ਮਹਿਕਮੇ ਨੂੰ, ਮੈਂ ਅਗਲੇ 2 ਸਾਲਾਂ 3 ਸਾਲਾਂ ਦੇ ਅੰਦਰ ਅੰਦਰ ਆ ਸਬਸਿਡੀ ਖਤਮ ਕਰ ਦੇਣੀ ਹੈ। ਕਿਉਂ? ਉਹਦਾ ਸਿਸਟਮ ਕਰ ਰਹੇ ਹਾਂ ਅਸੀਂ ਤਕਰੀਬਨ 15,000 ਜਾਂ 20,000 ਜਿਹੜਾ ਹੈਗਾ ਜਿੰਨੀ ਡਿਮਾਂਡ ਹੈ 15,000 ਮੈਗਾਵਾਟ ਦਾ ਸੋਲਰ ਪਲਾਂਟ ਲਾਵਾਂਗੇ ਅਸੀਂ। ਇੱਕ ਪੰਜਾਬ ਐਨਰਜੀ ਡਿਵੈਲਪਮੈਂਟ ਕਾਰਪੋਰੇਸ਼ਨ ਆ ਜਿਹੜੀ ਅਸੀਂ ਸਬਸਿਡੀ ਦਿੰਦੇ ਹਾਂ। ਹੁਣ ਕੀ ਕਰਦੇ ਆ ਆਪਾਂ ਟਿਊਬਵੈਲ ਦੀ ਸਬਸਿਡੀ ਦਿੰਦੇ ਆ, ਇੰਡਸਟਰੀ ਸਬਸਿਡੀ ਦਿੰਦੇ ਆ, ਪਰ ਆਪਾਂ ਪੈਸੇ ਦਿੰਦੇ ਆ। ਪੈਸੇ ਦੀ ਬਜਾਏ ਅਸੀਂ ਸੋਲਰ ਜਿਹੜੀ ਕੰਪਨੀ ਆਪਣਾ ਐਨਰਜੀ ਡਿਵੈਲਪਮੈਂਟ ਕਾਰਪੋਰੇਸ਼ਨ ਉਹ 15,000 ਮੈਗਾਵਾਟ ਦਾ ਸੋਲਰ ਪਲਾਂਟ ਲਾਊਗੀ। ਉਹ ਸੋਲਰ ਪਲਾਂਟ ਦੀ ਕੀਮਤ ਤਕਰੀਬਨ 30,000 ਕਰੋੜ ਹੈ। ਉਹਦੇ 30,000 ਕਰੋੜ ਵੀ ਆਪਣੇ ਕੋਲੋਂ ਪਾਉਣ ਦੀ ਲੋੜ ਨਹੀਂ ਹੈ। 10% ਤੁਸੀਂ ਸੋਲਰ ਪਲਾਂਟ 10% ਮਾਰਜਨ ਮਨੀ ਤੇ ਤੁਸੀਂ ਸ਼ੁਰੂ ਕਰ ਸਕਦੇ ਹੋ। 90% ਫੰਡਿੰਗ ਅਵੇਲੇਬਲ ਹੈ ਫॉर 20 ਇਅਰਸ ਰੀਪੇਮੈਂਟ ਐਟ 2 ਜਾਂ 3% ਰੇਟ ਆਫ ਇੰਟਰਸਟ। ਮੇਰੇ ਕੋਸ਼ਿਸ਼ ਹੋਊਗੀ ਹੌਲੀ ਹੌਲੀ ਜਿਹੜਾ ਆਪਣਾ ਥਰਮਲ ਤੇ ਦੂਜਿਆਂ ਤੋਂ ਆਪਾਂ ਸੋਲਰ ਤੱਕ ਕਨਵਰਟ ਕੀਤਾ ਜਾਏ। ਤੇ ਜਿਹੜਾ ਸਬਸਿਡੀ ਅਸੀਂ ਦੇਵਾਂਗੇ ਤੁਸੀਂ ਦੇਖੋਗੇ ਮੇਰਾ ਤਕਰੀਬਨ 10,000 ਕਰੋੜ ਰੁਪਇਆ ਮੇਰਾ ਸਾਲ ਦਾ ਬਚਣਾ ਹੈ ਓਵਰ ਆਫਟਰ 2 ਇਅਰਸ। ਆ ਜਿਹੜੇ ਸੋਲਰ ਪਲਾਂਟ ਜਿਹੜੇ ਹੈਗੇ ਆ ਉਹ ਜਿੰਨੇ ਵੀ ਸੋਲਰ ਪਲਾਂਟ ਹੈ 1 ਸਾਲ 'ਚ ਲੱਗ ਜਾਣਗੇ, ਕੋਈ ਔਖਾ ਨਹੀਂ ਹੈ। ਐਂਡ ਇੱਕ ਰੈਵੋਲੂਸ਼ਨ ਲੈ ਕੇ ਆਵਾਂਗੇ। ਮੈਨੂੰ ਲੱਗਦਾ ਆ ਇੱਕ ਐਗਜ਼ਾਮਪਲ ਹੋਊਗਾ ਪੂਰੇ ਦੇਸ਼ ਵਾਸਤੇ ਕਿ ਆਪਣੀ ਸਟੇਟ ਨੇ ਪਹਿਲ ਕਰਕੇ ਆ ਸੋਲਰ ਰੈਵੋਲੂਸ਼ਨ ਪੰਜਾਬ 'ਚ ਲੈ ਕੇ ਆਏ। ਜਿਹੜੇ ਵਪਾਰੀ ਹੈ ਉਹਨਾਂ ਵਾਸਤੇ 3-4 ਚੀਜ਼ਾਂ, ਜਿੰਨੇ ਛੋਟੇ ਦੁਕਾਨਦਾਰ ਹੈ ਮੀਡੀਅਮ ਤੇ ਸਮਾਲ, ਉਹਨਾਂ ਨੂੰ 3 ਚੀਜ਼ਾਂ ਦੇ ਰਹੇ ਹਾਂ ਅਸੀਂ। ਇੱਕ 10 ਲੱਖ ਰੁਪਏ ਲਾਈਫ ਇੰਸ਼ੋਰੈਂਸ ਸਕੀਮ, 10 ਲੱਖ ਰੁਪਇਆ ਮੈਡੀਕਲ ਇੰਸ਼ੋਰੈਂਸ ਉਹਨੇ ਫੈਮਿਲੀ ਦੀ, ਤੇ 10 ਲੱਖ ਰੁਪਏ ਫਾਇਰ ਇੰਸ਼ੋਰੈਂਸ। 25 ਲੱਖ ਤੱਕ ਜਿਹਦੀ ਟਰਨਓਵਰ ਹੈ ਉਹਨੂੰ ਕੋਈ ਕਿਤਾਬ ਰੱਖਣ ਦੀ ਲੋੜ ਨਹੀਂ, ਕੋਈ ਕਿਤਾਬ ਰੱਖਣ ਦੀ ਲੋੜ ਨਹੀਂ। ਕੋਈ ਇਨਵੈਸਟੀਗੇਸ਼ਨ ਹੋ ਗਈ ਜਿਹਦਾ 25 ਲੱਖ ਤੱਕ ਟਰਨਓਵਰ ਹੈ। ਤੇ ਜਿਹੜੇ ਛੋਟੇ ਵਪਾਰੀ ਹੈ ਜਿਹੜੇ ਬੈਂਕ ਤੋਂ ਪੈਸਾ ਲੈਂਦੇ ਆ ਆਪਣੇ ਵਰਕਿੰਗ ਕੈਪੀਟਲ ਵਾਸਤੇ, ਦੁਕਾਨ ਚਲਾਉਣ ਵਾਸਤੇ ਬੈਂਕ 10 ਲੱਖ ਰੁਪਏ ਤੱਕ ਲੋਨ ਲੈਂਦੇ ਆ, ਉਹਨੂੰ 5% ਸਬਸਿਡੀ ਦਿੱਤੀ ਜਾਊਗੀ, ਇੰਟਰਸਟ ਸਬਸਿਡੀ 5%। ਜੇ 10% ਬੈਂਕ ਵਿਆਜ ਲਾਉਂਦਾ 5% ਅਸੀਂ ਦੇਵਾਂਗੇ ਤੇ 5% ਉਹ ਆਪ ਦੇਣਗੇ। ਉਵੇਂ ਜਿਹੜਾ ਮੀਡੀਅਮ ਸਕੇਲ
ਸਮਾਲ ਸਕੇਲ ਇੰਡਸਟਰੀ ਹੈ ਜਿਹੜਾ 50 ਲੱਖ ਤੱਕ ਲੋਨ ਲਊਗਾ ਉਹਨੂੰ 3% ਇੰਟਰਸਟ ਸਬਸਿਡੀ ਅਸੀਂ ਦੇਵਾਂਗੇ। ਬਾਕੀ ਜਿਹੜੇ ਇੰਪਲੋਈਜ਼ ਵਾਸਤੇ ਇੱਕ ਤਾਂ ਅਸੀਂ 2004 ਦੀ ਮੰਗ ਹੈ ਆਪਣੇ ਮੁਲਾਜ਼ਮਾਂ ਦੀ ਕਿ 2004 ਤੋਂ ਜਿਹਦੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਏ। ਅਸੀਂ ਵਚਨਬੱਧ ਹੈ ਸਰਕਾਰ ਆਉਣ ਤੇ 2004 ਦੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਊਗੀ। ਜਿੰਨੇ ਪਿਛਲੇ 5 ਸਾਲਾਂ 'ਚ ਕੇਸ ਰਜਿਸਟਰ ਕੀਤੇ ਗਏ ਹੈ ਆਪਣੇ ਮੁਲਾਜ਼ਮਾਂ ਤੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੇਸ ਰਜਿਸਟਰ ਕੀਤੇ ਹੈ, ਉਹ ਕੇਸ ਸਾਰੇ ਵਿਡਰਾਅ ਕੀਤੇ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਇੰਪਲੋਈਜ਼ ਸਾਰੀ ਸਰਕਾਰ ਚਲਾਉਂਦੇ ਹੈ ਤੇ ਮੇਰੀ ਸੋਚ ਹੈ ਜੇ ਇੰਪਲੋਈ ਖੁਸ਼ ਹੈ ਤੇ ਸਾਰੇ ਆਪਣੀ ਸਰਕਾਰ ਵੀ ਚੰਗੀ ਚੱਲੂਗੀ। ਜਿੰਨੇ ਵੀ ਪੇ ਕਮਿਸ਼ਨ ਪਿਛਲੇ ਜਦੋਂ ਦਾ ਪੰਜਾਬ ਬਣਿਆ ਜਿੰਨੇ ਪੇ ਕਮਿਸ਼ਨ ਆਏ ਆ ਸਾਰੇ ਹੀ ਸ਼ੁਰੂ ਬਾਦਲ ਸਾਹਿਬ ਨੇ ਕੀਤੇ ਤੇ ਇੰਪਲੀਮੈਂਟ ਵੀ ਬਾਦਲ ਸਾਹਿਬ ਨੇ ਕੀਤੇ ਤੇ ਐਕਟੀ ਮੌਕਾ ਸੀ ਕਾਂਗਰਸ ਨੂੰ ਪੇ ਕਮਿਸ਼ਨ ਇੰਪਲੀਮੈਂਟ ਕਰਨ ਦਾ, ਪਰ ਨਹੀਂ ਕੀਤਾ। ਜਦੋਂ ਸਾਡੀ ਸਰਕਾਰ ਆਊਗੀ ਅਸੀਂ ਪੇ ਕਮਿਸ਼ਨ ਇੰਪਲੀਮੈਂਟ ਕਰਾਂਗੇ ਤੇ ਜਿੰਨੀਆਂ ਅਨੋਮਲੀਜ਼ ਹੈ ਸਾਰੀਆਂ ਹੀ ਉਹ ਉਹਨਾਂ ਨੂੰ ਫਿਰ ਤੋਂ ਠੀਕ ਕੀਤਾ ਜਾਊਗਾ, ਜਿਵੇਂ ਪਿਛਲੀ ਵਾਰ ਕੀਤਾ ਸੀ ਬਾਦਲ ਸਾਹਿਬ ਨੇ। ਪੇ ਕਮਿਸ਼ਨ ਤੋਂ ਵੀ ਵੱਧ ਅਸੀਂ ਕਰਤਾ ਸੀ ਪਿਛਲੀ ਵਾਰ ਬਾਦਲ ਸਾਹਿਬ ਜੋ 6 ਪੇ ਕਮਿਸ਼ਨ ਆਇਆ ਸੀ। ਇੱਕ ਅਸੀਂ ਉਹਨੇ LTC ਰਿਵਾਈਜ਼ ਦੀ ਮੰਗ ਆਈ ਹੈ ਉਹ ਕੀਤੀ ਜਾਊਗੀ। ਜਿਹੜੇ ਕੰਟਰੈਕਚੁਅਲ EMPLOYEES ਹੈ ਪਿਛਲੀ ਵਾਰ ਵੀ ਅਸੀਂ ਰੈਗੂਲਰ ਕੀਤੇ ਸੀ, ਹੁਣ ਵੀ ਕੰਟਰੈਕਚੁਅਲ EMPLOYEES ਉਹ ਰੈਗੂਲਰ ਕੀਤੇ ਜਾਣਗੇ। ਇੱਕ ਅਸੀਂ ਕੈਸ਼ਲੈਸ ਮੈਡੀਕਲ ਇੰਸ਼ੋਰੈਂਸ ਸਾਰੇ EMPLOYEES ਦੀ ਕੀਤੀ ਜਾਊਗੀ। 1 ਲੱਖ ਸਰਕਾਰੀ ਨੌਕਰੀ ਅਗਲੇ 5 ਸਾਲਾਂ 'ਚ ਦਿੱਤੀ ਜਾਊਗੀ। 1 ਲੱਖ ਤੋਂ ਵੱਧ ਕੋਈ ਸਰਕਾਰੀ ਨੌਕਰੀ ਦੇ ਹੀ ਨਹੀਂ ਸਕਦਾ। ਅਸੀਂ ਜਿੰਨੀਆਂ ਪੋਸਟਾਂ ਖਾਲੀ ਹੈ ਅਸੀਂ ਐਫੀਸ਼ੀਐਂਸੀ ਚਾਹੁੰਦੇ ਹਾਂ ਕਿ ਸਰਕਾਰ ਐਫੀਸ਼ੀਐਂਟਲੀ ਚੱਲੇ। ਤੋਂ ਜਿੰਨੀਆਂ 1 ਲੱਖ ਨੌਕਰੀ ਅਸੀਂ ਟੈਂਟੇਟਿਵ ਅਸੀਂ ਕਲੈਕਟ ਕੀਤਾ ਡਾਟਾ ਕਿ ਉਹ 1 ਲੱਖ ਨੌਕਰੀ ਅਸੀਂ ਦੇਵਾਂਗੇ। ਜਿਹੜੇ B.Ed ETD ਪਾਸ ਆਊਟ ਹੈ ਉਹਨਾਂ ਨੂੰ ਇੱਕ ਓਪਰਚੁਨਿਟੀ ਦੇਵਾਂਗੇ। ਜਿਹੜੀਆਂ ਐਪਲੀਕੇਸ਼ਨ ਆਈਆਂ ਸਰਕਾਰ ਦੀਆਂ ਬਹੁਤ ਲੋਕਾਂ ਨੇ ਅਪਲਾਈ ਕੀਤੇ ਪਰ ਹਲੇ ਪ੍ਰੋਸੈਸ ਪੂਰਾ ਨਹੀਂ ਹੋਇਆ, ਉਹਨੂੰ ਇਮੀਡੀਏਟਲੀ ਅਸੀਂ ਇੰਪਲੀਮੈਂਟ ਕਰਾਂਗੇ। ਇੱਕ ਅਸੀਂ ਮੈਂ ਵਾਅਦਾ ਕੀਤਾ ਕਿ ਟਰੱਕ ਯੂਨੀਅਨਸ ਬਹਾਲ ਕੀਤੀਆਂ ਜਾਣਗੀਆਂ, ਪਰ ਇੱਕ ਕਮੇਟੀ ਬਣੀ ਜਾਊਗੀ SDM ਦੇ ਥੱਲੇ, ਜਿੱਥੇ SDM ਹੈਡ ਹੋਊਗਾ, ਟਰੱਕ ਯੂਨੀਅਨ ਦਾ ਪ੍ਰਧਾਨ ਹੋਊਗਾ ਤੇ ਵਪਾਰੀਆਂ ਦਾ ਤੇ ਜਿਹੜਾ ਵਪਾਰੀ ਹੈ ਉਹਨਾਂ ਦੇ ਨੁਮਾਇੰਦੇ ਹੋਣਗੇ। ਉਹ ਰੇਟ ਸਾਰਾ ਕੁਝ SDM ਦੀ ਕਮੇਟੀ ਸੈੱਟ ਕਰੂਗੀ, ਜਿਹਦੇ ਨਾਲ ਟਰੱਕ ਯੂਨੀਅਨ ਵੀ ਉਹਨਾਂ ਦੀ ਮੁਸ਼ਕਿਲ ਵੀ ਹੱਲ ਹੋਊਗੀ ਤੇ ਵਪਾਰੀਆਂ ਦੀ ਵੀ ਮੁਸ਼ਕਿਲ ਹੱਲ ਹੋ ਜੂਗੀ। ਅਸੀਂ ਨਹੀਂ ਚਾਹੁੰਦੇ ਕਿ ਕੋਈ ਨਾ ਕੋਈ ਐਕਸਪਲੋਇਟ ਕੀਤਾ ਜਾਏ। ਇੱਕ ਅਸੀਂ ਜਿਹੜੇ ਆਂਗਨਵਾੜੀ ਵਰਕਰ ਹੈ ਉਹਨਾਂ ਨੂੰ ਨਰਸਰੀ ਪ੍ਰੀ ਨਰਸਰੀ ਦਾ ਸਟੇਟਸ, ਕਿਉਂਕਿ ਸਾਰਾ ਕੰਮ ਹੀ ਆਂਗਨਵਾੜੀ ਵਰਕਰ ਕਰਦੇ ਹੈ, ਤੇ ਪ੍ਰੀ ਨਰਸਰੀ ਦਾ ਸਟੇਟਸ ਉਹਨਾਂ ਨੂੰ ਟੀਚਰ ਦਾ ਦਿੱਤਾ ਜਾਊਗਾ। ਤੇ ਇੱਕ ਆਸ਼ਾ ਵਰਕਰਸ ਆਨਰੇਰੀਅਮ ਉਹ ਅਸੀਂ ਵਧਾਵਾਂਗੇ 2500 ਤੋਂ ਵਧਾ ਕੇ ਉਹਨਾਂ ਨੂੰ ਵਧਾਇਆ ਜਾਊਗਾ। ਇੱਕ ਅਸੀਂ ਜਿਹੜੀ ਵਰਲਡ ਸਿਟੀ ਅੰਮ੍ਰਿਤਸਰ ਹੈ, ਜਿਵੇਂ ਮੈਂ ਹੈਰੀਟੇਜ ਸਟਰੀਟ ਬਣਾਈ ਹੈ, ਮੈਂ ਪੂਰੀ ਵਰਲਡ ਸਿਟੀ ਨੂੰ ਹੈਰੀਟੇਜ ਲੁੱਕ ਦੇਣੀ ਹੈ, ਪੂਰੀ ਅੰਮ੍ਰਿਤਸਰ ਗੁਰੂ ਦੀ ਨਗਰੀ ਨੂੰ ਵਰਲਡ ਸਿਟੀ। ਇੱਕ ਅਸੀਂ ਗੁਰੂ ਰਵਿਦਾਸ ਜੀ ਮਹਾਰਾਜ ਦਾ ਕਰਾਲਗੜ੍ਹ ਪਵਿੱਤਰ ਸਥਾਨ ਹੈ, ਬੜੀ ਮਿਹਨਤ ਨਾਲ ਬਾਦਲ ਸਾਹਿਬ ਨੇ ਡਿਜ਼ਾਈਨ ਕਰਾਇਆ, ਕੰਮ ਸ਼ੁਰੂ ਕੀਤਾ, ਪਰ ਕਾਂਗਰਸ ਪਾਰਟੀ ਨੇ ਉਹ ਉੱਥੇ ਹੀ ਰੋਕ ਦਿੱਤਾ, ਇੱਕ ਇੱਟ ਨਹੀਂ ਲਾਈ। ਜਿਵੇਂ ਦੁਰਗਿਆਨਾ ਮੰਦਿਰ ਨੂੰ ਬਾਦਲ ਸਾਹਿਬ ਨੇ ਭਗਵਾਨ ਵਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਬਣਾਇਆ, ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦਾ ਪਵਿੱਤਰ ਸਥਾਨ ਪਹਿਲੇ ਹੀ 2-1.5 ਸਾਲ ਦੇ ਅੰਦਰ ਅਸੀਂ ਬਹੁਤ ਖੂਬਸੂਰਤ ਬਣਾਵਾਂਗੇ। ਇੱਕ ਬਹੁਤ ਵੱਡਾ ਡੈਸਟੀਨੇਸ਼ਨ ਕਰਾਲਗੜ੍ਹ ਵਿੱਚ ਬਣਾਇਆ ਜਾਊਗਾ। ਜਿਹੜੀ ਵਰਲਡ ਕੱਪ ਕਬੱਡੀ ਫਿਰ ਤੋਂ ਸ਼ੁਰੂ ਕੀਤੀ ਜਾਊਗੀ। ਇੱਕ ਥੀਨ ਡੈਮ ਵਿੱਚ, ਜਿੱਥੇ ਥੀਨ ਡੈਮ ਹੈ, ਇੱਕ ਇੰਡੀਆ ਦਾ ਮੈਗਾ ਟੂਰਿਸਟ ਕੰਪਲੈਕਸ ਉੱਥੇ ਹੋਊਗਾ। ਮੈਗਾ ਟੂਰਿਸਟ, ਉਹਦੀ ਸਕੇਲ ਹਲੇ ਤੁਸੀਂ ਵਿਜ਼ੂਅਲਾਈਜ਼ ਨਹੀਂ ਕਰ ਸਕਦੇ।
ਕਿੰਨਾ ਵੱਡਾ ਕੰਪਲੈਕਸ ਉੱਥੇ ਟੂਰਿਜ਼ਮ। ਮੈਨੂੰ ਲੱਗਦਾ ਨਾਰਥ ਇੰਡੀਆ ਨੇ ਇੰਡੀਆ ਤੋਂ ਲੋਕੀ ਉੱਥੇ ਆਇਆ ਕਰਨਗੇ। ਅਸੀਂ ਪਿਛਲੀ ਵਾਰ ਸਰਕਾਰ ਸੀ 2100 ਏਕੜ ਅਸੀਂ ਪੰਜਾਬ ਸਰਕਾਰ ਨੇ ਲੈ ਵੀ ਲਿਆ ਸੀ, ਬੜਾ ਪਲੈਨਿੰਗ ਹੋ ਗਈ ਸੀ, ਪਰ ਪਿਛਲੇ 5 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ। ਸੋ ਰਿਵਾਈਵ ਕਰਕੇ ਪ੍ਰੋਜੈਕਟ ਥੀਨ ਰੈਮ ਪ੍ਰੋਜੈਕਟ ਹੁਣ ਕੀਤਾ ਜਾਊਗਾ। ਇੱਕ ਨਿਊ ਚੰਡੀਗੜ੍ਹ ਵਿੱਚ ਮਾਰਵਾੜੀ ਘੋੜਿਆਂ ਦੀਆਂ ਰੇਸ ਕੋਰਸ ਬਣਾਇਆ ਜਾਊਗਾ। ਮਾਰਵਾੜੀ ਘੋੜੇ ਆਪਾਂ ਨੂੰ ਕੋਈ ਥਰਬਰੇਡ ਬਾਹਰੋਂ ਅਮਰੀਕਾ ਕੈਨੇਡਾ ਤੋਂ ਲਿਆਉਣ ਦੀ ਲੋੜ ਨਹੀਂ। ਆਪਣੀ ਪੰਜਾਬੀਆਂ ਦੀ ਬਰੀਡ ਹੈ ਮਾਰਵਾੜੀ, ਤੇ ਉਹ ਦੇਖੋਗੇ ਅਸੀਂ ਹਰ ਫਰਾਈਡੇ ਸੈਟਰਡੇ ਸੰਡੇ ਮਾਰਵਾੜੀ ਰੇਸ ਕੋਰਸ 'ਚ ਰੇਸਸ ਹੋਇਆ ਕਰਨਗੀਆਂ, ਤੇ ਪ੍ਰਾਈਜ਼ ਮਨੀ ਜੋ ਹਿੰਦੁਸਤਾਨ ਦੇ ਥਰਬਰੇਡ ਕਲੱਬ ਦਾ ਪ੍ਰਾਈਜ਼ ਮਨੀ ਹੈ ਉਹ ਤੋਂ ਦੁੱਗਣਾ ਹੋਊਗਾ। ਇੱਥੇ ਜੇ ਕਰੋੜ ਰੁਪਇਆ ਹੈ, ਸਿਰ 2 ਕਰੋੜ ਰੁਪਇਆ ਜਿਹੜੀ ਫਾਈਨਲ ਡਰਬੀ ਹੋਊਗੀ ਜਿਹੜੀ ਹਰ ਸਾਲ ਮਾਰਵਾੜੀ ਘੋੜਿਆਂ ਦੀ, ਤੇ ਉਹ ਅਸੀਂ ਇੱਥੇ ਡਿਵੈਲਪ ਕਰਾਂਗੇ। ਇੱਕ ਮੈਂ ਸਾਰੇ ਪੰਜਾਬੀਆਂ ਨੂੰ ਮੈਂ ਇੱਕ ਗੱਲ ਦੱਸਣਾ ਚਾਹਣਾ ਕਿ ਮੈਂ ਪੂਰਾ ਜ਼ੋਰ ਲਾਉਂਗਾ ਆ ਜਿੰਨੀਆਂ ਆਪਣੀਆਂ ਨਦੀਆਂ ਸਤਲੁਜ ਬਿਆਸ, ਇਹਦੇ 'ਚ ਇੱਕ ਦਾਣਾ ਇੱਕ ਮੈਂ ਕੱਪ ਪੋਲੂਸ਼ਨ ਦਾ ਨਹੀਂ ਅੰਦਰ ਜਾਣ ਦਿੰਦਾ। ਮੇਰੀ ਟੌਪ ਪ੍ਰਾਇਰਟੀ ਹੈ ਕਿ ਆ ਨਦੀਆਂ 'ਚ ਪਾਣੀ ਸਾਫ਼ ਕਰਨਾ। ਅੱਜ ਕੈਂਸਰ ਦੀ ਬਿਮਾਰੀ ਦਾ ਕਾਰਨ ਹੀ ਪਾਣੀ ਹੈ, ਤੇ ਸਾਰਾ ਪਾਣੀ ਪੋਲੂਟੈਂਟਸ, ਸਾਰਾ ਬੁੱਢਾ ਨਾਲੇ ਦਾ ਪਾਣੀ, ਆ ਸਾਰੀ ਇੰਡਸਟਰੀ ਦਾ ਪਾਣੀ ਸਿੱਧਾ ਆਪਣਾ ਇਹਨਾਂ ਨਦੀਆਂ ਜਾਂਦਾ ਹੈ। ਇੱਕ ਬੂੰਦ ਪਾਣੀ ਦੀ ਅਸੀਂ ਪੋਲੂਟਡ ਪਾਣੀ ਨਦੀਆਂ 'ਚ ਨਹੀਂ ਜਾਣ ਦਊਂਗਾ। ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਕੰਪਲੀਟ ਵਾਟਰ ਇਨਵਾਇਰਨਮੈਂਟ ਦਾ। ਦੂਜੀ ਗੱਲ, ਅਸੀਂ ਜਿੰਨੇ ਆਪਣੀ ਨਦੀਆਂ ਇਹਦੇ ਨਾਲ ਅਸੀਂ ਡੀਪ ਬੋਰ ਕਰਕੇ ਰੀਚਾਰਜਿੰਗ ਪਿਟਸ ਬਣਾਵਾਂਗੇ, ਕਿਉਂਕਿ ਆਪਣਾ ਪਾਣੀ ਜ਼ਿਆਦਾ ਬਾਹਰ ਜਾ ਰਿਹਾ, ਵੇਸਟ ਹੋ ਰਿਹਾ। ਮੈਂ ਸਾਰਾ ਰੀਚਾਰਜ ਕਰਾਉਣਾ ਪਾਣੀ। ਐਕਟ ਬਣਾਵਾਂਗੇ ਜਿਹੜਾ ਕੋਈ ਘਰ ਬਣੂਗਾ ਪੰਜਾਬ 'ਚ ਉਹਨੂੰ ਰੀਚਾਰਜਿੰਗ ਵੈਲ ਬਣਾਉਣੀ ਪੈਣੀ ਹੈ, ਪਾਰਟ ਆਫ ਦਾ ਪਲਾਨ। ਕਿਉਂਕਿ ਰੀਚਾਰਜ ਪੰਜਾਬ ਤਾਂ ਬਚੂਗਾ ਜੇ ਆਪਾਂ ਪਾਣੀ ਰੀਚਾਰਜ ਕਰਕੇ ਆਪਾਂ ਆਪਣਾ ਪਾਣੀ ਉੱਤੇ ਲੈ ਕੇ ਜਾਈਏ। ਆਪਣੇ ਕੋਲ ਚਾਂਸ ਹੈ, ਡਾਈਵਰਸਿਫਿਕੇਸ਼ਨ ਤਰਫ ਪੂਰਾ ਜ਼ੋਰ ਦਿੱਤਾ ਜਾਊਗਾ। ਐਥਨੋਲ ਇੰਡਸਟਰੀ ਮੈਂ ਇਨਕਰੇਜ ਕਰਨੀ ਹੈ। ਜਿਹੜੇ ਪੰਜਾਬ ਦੇ ਵਿੱਚ ਜੇ 20% ਹੁਣ ਅਲਾਉ ਹੋਣਾ ਹੈ ਐਥਨੋਲ, ਮੈਂ ਕੋਸ਼ਿਸ਼ ਕਰੂੰਗਾ ਕਿ ਸਪੈਸ਼ਲ 30-40% ਤੱਕ ਐਥਨੋਲ ਮਿਕਸ ਕੀਤਾ ਜਾਏ ਪੈਟਰੋਲ ਦੇ ਵਿੱਚ। ਐਂਡ ਐਥਨੋਲ ਮੱਕੀ ਤੋਂ ਤੇ ਦੂਜੀਆਂ ਗ੍ਰੇਨਸ ਤੋਂ ਆ ਸਕਦਾ ਹੈ, ਜਿਹਦੇ ਨਾਲ ਇੱਕ ਮਾਰਕੀਟ ਵੀ ਬਣ ਜੂਗੀ, ਇੱਕ ਡਾਈਵਰਸਿਫਿਕੇਸ਼ਨ ਦਾ ਬਹੁਤ ਵੱਡਾ ਇੱਕ ਓਪਰਚੁਨਿਟੀ ਬਣੂਗੀ ਐਥਨੋਲ। ਸੋ ਜਿਹੜੀ ਸਾਡੀ ਐਥਨੋਲ ਇੰਡਸਟਰੀ ਹੈ, ਬਹੁਤ ਵੱਡਾ ਪੋਟੈਂਸ਼ੀਅਲ ਪੰਜਾਬ 'ਚ ਹੈ, ਜਿਹਨੂੰ ਅਸੀਂ ਅਨਲੀਸ਼ ਕਰਨਾ ਹੈ। ਇੱਕ ਅਸੀਂ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਨੂੰ ਸਟਰੈਂਥਨ ਕਰਾਂਗੇ। ਇੰਸਪੈਕਟਰੀ ਰਾਜ ਹਰ ਜਿਹੜੇ ਸਰਕਾਰ ਆਉਂਦੀ ਹੈ ਕਹਿੰਦੀ ਇੰਸਪੈਕਟਰੀ ਰਾਜ ਖਤਮ ਕਰਾਂਗੇ, ਪਰ ਕੀਤਾ ਕੁਛ ਨੇ। ਜੇ ਕੰਮ ਕੀਤਾ ਉਸ ਤਰਫ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਨੇ ਕੀਤਾ। ਅਸੀਂ ਗਵਰਨੈਂਸ ਰਿਫਾਰਮ ਲਿਆਂਦਾ। ਐਕਟੀ ਮੈਂ ਉਹਨੂੰ ਡਿਫਰੈਂਟ ਲੈਵਲ ਤੇ ਲੈ ਕੇ ਜਾਣਾ ਹੈ। ਤੁਹਾਨੂੰ ਸਾਰਾ ਕੁਛ ਹੀ ਮੈਂ ਸੈਲਫ ਅਟੈਸਟੇਸ਼ਨ ਤੇ ਕਰ ਦੇਣਾ ਹੈ। ਮੈਂ ਐਗਜ਼ਾਮਪਲ ਦਿੰਦਾ, ਤੁਸੀਂ ਨਵੀਂ ਮਰਸੀਡੀਜ਼ ਕਾਰ ਲਓ, ਨੰਬਰ ਲੈਣ ਤੋਂ ਬਾਅਦ MBI ਉਹਦੀ ਸਰਟੀਫਿਕੇਟ ਕਰਦਾ ਆਇਲ ਵਰਦੀਨੈਸ, ਲੋੜ ਹੀ ਨਹੀਂ ਹੈ। ਮਰਸੀਡੀਜ਼ ਨੇ ਬਣਾਈ ਹੈ, ਫਿਰ ਕਿਉਂ MBI ਦੀ ਲੋੜ ਹੈ? ਬੋਇਲਰ ਕਿਸੇ ਇੰਡਸਟਰੀ ਲਾਉਣਾ ਹੈ, ਬੋਇਲਰ ਨੂੰ ਸ਼ੁਰੂ ਕਰਨ ਤੋਂ ਪਹਿਲੇ ਬੋਇਲਰ ਇੰਸਪੈਕਟਰ ਆਉਂਦਾ ਹੈ ਸਰਟੀਫਾਈ ਕਰਨ ਵਾਸਤੇ। ਮੈਨੂੰ ਲੱਗਦਾ ਜਿਸ ਟੈਕਨੋਲੋਜੀ ਦੇ ਬੋਇਲਰ ਅੱਜ ਮਿਲ ਰਿਹਾ, ਇੰਸਪੈਕਟਰ ਨੂੰ ਪਤਾ ਹੀ ਨਹੀਂ ਉਹ ਟੈਕਨੋਲੋਜੀ ਬਾਰੇ। ਸੋ ਹੁਣ ਜਿੰਨੀਆਂ ਇੰਸਪੈਕਟਰ ਹੈਗੇ ਬਿਲਕੁਲ ਖਤਮ। ਇੰਡਸਟਰੀ ਦਾ ਮਾਲਕ ਆਪ ਲਿਖੂਗਾ ਕਿ ਮੇਰਾ ਬੋਇਲਰ ਐਜ਼ ਪਰ ਗਵਰਨਮੈਂਟ ਸਪੈਸੀਫਿਕੇਸ਼ਨ ਫੁੱਲ ਕਿ ਸਹੀ ਹੈ, ਆਪਣਾ ਸਰਟੀਫਿਕੇਟ ਦੇ ਦੂਗਾ, ਅਸੀਂ ਉਹਨੂੰ ਟਰਸਟ ਕਰਾਂਗੇ। ਮੇਰਾ ਜਿਹੜਾ ਗੇਮ ਹੈ ਟਰਸਟ ਯੋਰ ਸਿਟੀਜ਼ਨਸ। ਜੇ ਉਹਨੇ ਕੋਈ ਗਲਤ ਕੀਤਾ ਆਪਣੇ ਆਪ ਫਸ ਜੂਗਾ, ਕਿਉਂ ਉਹਨੇ ਸਰਟੀਫਿਕੇਟ ਦਿੱਤਾ ਹੈ। ਉਵੇਂ ਨਕਸ਼ੇ ਹੈ। ਕਿਉਂ ਤੁਸੀਂ ਮੋਹਾਲੀ
पहले इत्थे नक्शे पास कराने वास्ते दिओ, थोड़ा आर्कीटैक्ट सर्टिफाई कर दूंगा कि मैं नक्शे एज पर गवर्नमेंट रूल्स ना बनाए, दैट्स इट, कला कॉपी सबमिट कर दो, नक्शे पास थोड़े। जे गलत बनाए होणगे वो आर्कीटैक्ट का लाइसेंस जाऊगा, आपां दफ्तरां दे क्यों जाना। सो मेरा जिहड़ा थ्रस्ट है, असली इंस्पैक्टरी राज थोड़ी आने वाली सरकार खत्म करूगी। आ जिहड़े हर महीने हर दिवाली आ गई, किसी दशहरा आ गया, दुकानां ते जाके पैसे इकट्ठे कर लेंदे है, किसी इंस्पैक्टर नूं राज नहीं होणगी, क्योंकि असीं उन्हां दा रोल ही असीं बदल देना, सारिਆਂ ਦਾ रोल ही नहीं होना उन्हां दा जिहड़ा हैगा जिहड़ा जिस तरीके नाल ਉਹ ਕੰਮ ਚੱਲ ਰਿਹਾ। एक असीं स्पोर्ट्स की तरफ पूरा ध्यान देना है। 10 खेडां चुनांगे पंजाब दियां, ते मैं पूरा जोर ला के अगले ओलंपिक्स विच घट तो घट 30-40% इंडियन टीम अपने पंजाब तो खड़ी करनी है। तुसीं देखिओ ना जिन्नी हॉकी स्टेडियम मैं बनाए, उहदा असर की होया कि 11 मैंबर टीम दे विचों 9 इंडियन हॉकी टीम दे पंजाबी है। सो मैं शूटिंग है, जिमें रैसलिंग है, जिमें बॉक्सिंग है, जिमें हॉकी है, ऐजियां 10 स्पोर्ट्स असीं देखांगे किहड़ी किहड़ी स्पोर्ट्स ते कॉन्सनट्रेट करना है। उन्हां दी वर्ल्ड क्लास भाई कोचिंग का खर्चा सारा पंजाब सरकार दा, ट्रेनिंग का खर्चा पंजाब सरकार दा, इक्विपमेंट का खर्चा पंजाब सरकार दा। तो असी टैलेंट नूं हंट करके असी अपनी पंजाब इंस्टीट्यूट ऑफ स्पोर्ट्स असी उन्हें लिया के ते ओहदे च उहनूं असी ट्रेन करांगे, ते जिहड़ा ओलंपिक मैडल जितूगा 7 करोड़ रुपया असी ओहदा प्राइज मनी रखांगे। एक असी जिन्ने एक्रेडिटेड प्रेस वाले है, थोड़े वास्ते भी है। एक तो लाइफ इंश्योरेंस, थोड़ी कोई ट्रक ट्रुक ने थले देता कोई गल नहीं, लाइफ इंश्योरेंस थोड़ी, एक्सीडेंट अपना एक्सीडेंट इंश्योरेंस, लाइफ इंश्योरेंस होगी, मैडिकल इंश्योरेंस ते पेंशन स्कीम जिहड़ी जिहड़े एक्रेडिटेड हैगे उन्हां वास्ते असीं 3 चीज़ां लैके आ रहे हैं। ਵਧਾ ਦਾਂਗੇ हैं की सर एक्सपैंड हो जाएगी, एक्सपैंड करोगे ना, घट है बहुत, एक्सपैंड ਵਧਾਵਾਂਗੇ कि ਘਟਾਉਂਦੇ ਤਾਂ ਨਹੀਂ। एक असी मिनॉरिटी कमीशन, क्रिश्चियन कम्यूनिटी वास्ते क्रिश्चियन वेलफेयर बोर्ड, जो क्रिश्चियन कम्यूनिटी की जो समस्या होगी वो उन्होंने देखना। एक जैन वेलफेयर बोर्ड, जैन कम्यूनिटी वो मिनॉरिटी चाहती है। एक मुस्लिम डेवलपमेंट बोर्ड, वेलफेयर बोर्ड, कम्यूनिटी के सारे मसले वो वेलफेयर बोर्ड समस्या सुनूगा भी ते हल भी कराऊगा। ते जिथे जिथे ग्रेवयार्ड उन्होंने कब्रस्तान की बहुत ज़्यादा क्रिश्चियन ते मुस्लिम भाईचारा की डिमांड है। मैं 1 साल के अंदर जिस जगह ते क्रिश्चियन ते मुस्लिम भाईचारा रहिंदा है उन्होंने ग्रेवयार्ड, भावें पंजाब सरकार नूं जमीन लैके लेने पैण, असी जमीन लैके ग्रेवयार्ड्स बनावांगे उन्हां वास्ते। क्योंकि अज मैं बहुत वड्डी मुश्किल, मैनूं बहुत क्रिश्चियन भाईचारा ते मुस्लिम भाईचारा मैनू मिले, तो उन्होंने आ बहुत वड्डी मंग उन्हों की है। तो आ साडी प्रायोरिटी रहूगी। तो एक असी बाजीगर ते गाड़िया वेलफेयर बोर्ड जिहड़ा साडा बोर्ड है कम्यूनिटी वाइज, बेसिकली जो कम्यूनिटीज़ है उन्हों के वेलफेयर बोर्ड बना के उन्हों दी समस्या सरकार नाल तालमेल होए। जिवें इंपलॉइज वेलफेयर बोर्ड है, जिहड़े साडी इंपलॉइज वेलफेयर बोर्ड होगा, सारिया इंपलॉइज दियां इशूज़ उन्होंने बोर्ड को जाणगियां, वो साडे कोल लेके आउणगे। सो मेरा मतलब है एक कॉम्प्रीहेंसिव ओवरऑल कम्यूनिकेशन जिहड़ा जनता ते सरकार नाल असी लगातार तालमेल रखना। अब पिछले 5 साल मंगू नहीं कि मुख्यमंत्री मंत्री मिले नहीं,
ਪੁਲਿਸ ਨੂੰ ਡਾਇਰੈਕਸ਼ਨ ਸੀ ਕਿ ਲਾਠੀ ਚਾਰਜ ਕਰੋ, ਲੱਤਾਂ ਭੰਨੋ, ਭਜਾਓ। ਉਹ ਸਾਡੀ ਪੋਲਿਟਿਕਸ ਨਹੀਂ ਹੈ। ਵੱਡੇ ਬਾਦਲ ਸਾਹਿਬ ਨੇ ਜਿੰਨੇ 5 ਵਾਰ ਰਾਜ ਕੀਤਾ, ਮੁੱਖ ਮੰਤਰੀ ਰਹੇ, ਉਹ ਜਨਤਾ ਦੇ ਮੁੱਖ ਮੰਤਰੀ ਰਹੇ, ਸਰਕਾਰ ਜਨਤਾ ਦੀ ਸੀ। ਉਸੇ ਵੱਡੇ ਬਾਦਲ ਸਾਹਿਬ ਦੀ ਫਿਲਾਸਫੀ ਤੇ ਚੱਲਣ ਵਾਲੀ ਆ ਸਰਕਾਰ ਹੈ। ਤੇ ਮੈਂ ਸ਼੍ਰੋਮਣੀ ਅਕਾਲੀ ਦਲ BSP ਦੇ ਮੁੱਖ ਮੰਤਰੀ ਉਮੀਦਵਾਰ, ਮੈਂ ਸਾਰੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਕਿਤੇ ਭੰਗ ਨਹੀਂ ਹੋਣ ਦੇਵਾਂਗੇ, ਗੁੰਡਾਗਰਦੀ ਖਤਮ ਕਰਾਂਗੇ। ਆ ਜਿਹੜਾ ਗੈਂਗਸਟਰ ਰਾਜ ਜਿਹੜਾ ਹੈਗਾ, ਜਿਨ੍ਹਾਂ ਨੇ ਅੱਜ ਇੰਨਾ ਗੰਦ ਪਾਇਆ, ਉਹ ਪਹਿਲੇ ਮਹੀਨੇ ਦੇਖੋ ਸਾਰੇ ਅੰਦਰ ਹੋਣਗੇ ਤੇ ਭਾਈਚਾਰਕ ਸਾਂਝ ਰਹੂਗੀ ਪੰਜਾਬ 'ਚ। ਪੰਜਾਬ ਦੀ ਸਟਰੈਂਥ ਹੀ ਭਾਈਚਾਰਕ ਸਾਂਝ ਹੈ। ਭਾਵੇਂ ਮੇਰਾ ਸਿਰ ਵੱਢਿਆ ਜਾਏ, ਭਾਈਚਾਰਕ ਸਾਂਝ ਨਹੀਂ ਖਤਮ ਹੋਣ ਦੇਵਾਂਗੇ ਤੇ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਇੰਨਾ ਕਹਿ ਕੇ ਮੈਂ ਸਾਰੀ ਮੀਡੀਆ ਤੋਂ ਇੱਕ ਮਿੰਟ ਇਧਰੋਂ ਹੀ ਸ਼ੁਰੂ ਕਰੋ, ਫਿਰ ਇੱਕ ਇੱਕ ਕਰਕੇ ਪੁੱਛੋ। ਇੱਕ ਮਿੰਟ ਰੁਕ ਜਾਓ। ਇੱਕ ਮਿੰਟ ਯਾਰ, ਹੈਲੋ ਥੋੜੀ ਆਵਾਜ਼ ਬੜਾਓ। ਹੈਲੋ ਕਿਉਂਕਿ ਇੱਥੇ ਇੰਟਰਨੈਸ਼ਨਲ 에ਅਰਪੋਰਟ ਹੈ, 에ਅਰਪੋਰਟ ਦੀ ਰਿਕੁਆਇਰਮੈਂਟ ਹੁੰਦੀ ਹੈ। ਕਿਉਂਕਿ ਅਸੀਂ ਜਿਹੜੇ ਹਾਰਸਸ ਆਉਣਗੇ ਮਾਰਵਾੜੀ, ਇਕੱਲੇ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਆਉਣਗੇ। ਸੋ ਅਸੀਂ ਉਹ ਦੇਖ ਰਹੇ ਹਾਂ। ਬਾਦਲ ਸਾਹਿਬ, ਮੇਰਾ ਸਵਾਲ ਹੈ ਜੀ ਕਿ ਆਪਾਂ ਇਹ ਬਹੁਤ ਵਧੀਆ ਇੱਕ ਮੈਨੀਫੈਸਟੋ ਰਿਲੀਜ਼ ਤਾਂ ਕਰਤੇ ਜੀ, ਲੇਕਿਨ ਲਗਾਤਾਰ ਇਹ ਸਵਾਲ ਉੱਠਦਾ ਹੈ ਕਿ ਆਪਾਂ ਇਸ ਨੂੰ ਇੰਪਲੀਮੈਂਟ ਕਿਵੇਂ ਕਰਾਂਗੇ। ਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜੀ, 3 ਲੱਖ ਜੋ ਵੀ ਹੈ ਟੈਂਟੇਟਿਵ, ਔਰ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਅਗਰ ਆਪਾਂ ਇਸ ਤਰੀਕੇ ਨਾਲ ਪੂਰੀ ਇੰਪਲੀਮੈਂਟੇਸ਼ਨ ਕਰੀਏ ਤਾਂ ਇਹਦੇ ਲਈ ਕਾਫੀ ਪੈਸਾ ਚਾਹੀਦਾ ਹੈ, ਤਾਂ ਉਹ ਸਾਰਾ ਕਿਵੇਂ ਹੋਏਗਾ ਜੀ? ਪਿਛਲੀ ਵਾਰ ਜਦੋਂ ਸਾਡੀ ਸਰਕਾਰ ਸੀ, ਅਸੀਂ ਆਮਦਨ ਵੀ ਵਧਾਈ ਤੇ ਆਮਦਨ ਜੋ ਵਧਾਈ ਉਹਨੂੰ ਬਾਈਫਰਕੇਟ ਕੀਤਾ। ਇਨਫਰਾਸਟ੍ਰਕਚਰ ਵਾਸਤੇ ਕਿੰਨਾ ਚਾਹੀਦਾ ਹੈ, ਵੈਲਫੇਅਰ ਵਾਸਤੇ ਕਿੰਨਾ ਚਾਹੀਦਾ ਹੈ। ਜਿਹੜੀਆਂ ਸਰਕਾਰਾਂ ਕੱਲੀਆਂ ਪੈਸੇ ਕਮਾਉਣ ਵਾਸਤੇ ਨਹੀਂ ਹੁੰਦੀਆਂ, ਇਹਦੇ ਰੋਲ ਵੈਲਫੇਅਰ ਵਾਸਤੇ ਵੀ ਹੁੰਦਾ ਗਰੀਬ ਨੂੰ। ਹੁਣ ਮੇਰਾ ਥਰਸਟ ਕਿੱਥੇ ਹੈ? ਜੇ ਤੁਸੀਂ ਮੇਰੀਆਂ ਸਾਰੀਆਂ ਵੈਲਫੇਅਰ ਦੇਖੋ, ਬੱਚਿਆਂ ਨੂੰ ਪੜ੍ਹਾਉਣ ਤੇ, ਚੰਗੇ ਸਕੂਲ ਬਣਾਉਣ ਤੇ, ਮੈਡੀਕਲ ਸਰਵਿਸਿਜ਼ ਦੇਣ ਤੇ, ਹੈਲਥ ਤੇ। ਅੱਛਾ, ਜਿਹੜਾ ਪੈਸਾ, ਜਿਹੜੀ 14,000 ਕਰੋੜ ਦੀ ਸਬਸਿਡੀ ਐਗਰੀਕਲਚਰ ਦੀ ਹੈ, ਆਪਣੀ ਬਿਜਲੀ ਬੋਰਡ ਦੀ ਹੈ, ਉਹ ਬਹੁਤ ਵੱਡੀ ਸੇਵਿੰਗ ਮੈਂ ਕਰਨੀ ਹੈ ਥਰੂ ਸੋਲਰ। ਅੱਜ ਸੋਲਰ એનર્ਜੀ 3 ਕਰੋੜ ਰੁਪਇਆ ਮੈਗਾਵਾਟ ਸੋਲਰ ਤੇ 2.5 ਵੀ, ਹੁਣ ਤਾਂ 2.5 ਤੇ ਵੀ ਆ ਗਿਆ। ਐਂਡ ਇਸ ਰੇਟ ਤੇ ਇੰਨਾ 15,000 ਮੈਗਾਵਾਟ ਦੇ ਪਲਾਂਟ ਲਾਉਂਗੇ, 2 ਕਰੋੜ ਤੇ ਪਰ ਮੈਗਾਵਾਟ, ਮੀਨਸ 10,000 ਮੈਗਾਵਾਟ ਦਾ ਪਾਵਰ ਪਲਾਂਟ 20,000 ਕਰੋੜ ਦਾ ਹੀ ਬਣਨਾ ਹੈ, 1.5 ਸਾਲ ਦੀ ਸਬਸਿਡੀ। ਸੋ ਮੇਰਾ ਏਮ ਹੈ ਆਪਣੀ ਸਬਸਿਡੀ ਬਿੱਲ ਟੈਕਨੋਲੋਜੀ ਨਾਲ ਘਟਾ ਕੇ ਉਹ ਪੈਸਾ ਯੂਜ਼ ਕਰੋ ਡਿਵੈਲਪਮੈਂਟ। ਜੇ ਤੁਹਾਡੇ ਕੋਲ 10,000 ਕਰੋੜ ਵਿਹਲਾ ਹੋ ਜਾਂਦਾ ਨਾ, ਦੇਖੋ ਬਹੁਤ ਕੁਝ ਕਰ ਸਕਦੇ ਤੁਸੀਂ। ਇੱਕ ਬਾਦਲ ਸਾਹਿਬ, ਇੱਕ ਦੇਖੋ ਪਿਛਲੀ ਸਰਕਾਰ ਜੋ ਤੁਹਾਡੇ ਵੇਲੇ ਸੀਗੀ, ਉਸ ਤੋਂ ਬਾਅਦ ਇਹਨਾਂ ਦੀ ਕਾਂਗਰਸ ਸਰਕਾਰ ਆਈ, ਇੱਕ ਚੀਜ਼ ਉੱਪਰ ਬਹੁਤ ਹੀ ਰਿਹਾ ਕਿ ਇੱਕ ਮਾਫੀਆ ਰਾਜ, ਖਾਸ ਤੌਰ ਤੇ ਰੇਤ ਦਾ ਕੰਮ, ਸ਼ਰਾਬ ਔਰ ਜਿਹੜੀ ਇਹ ਲੈਂਡ ਮਾਫੀਆ, ਸ਼ਰਾਬ ਔਰ ਜਿਹੜੀ ਰੇਤ ਦਾ ਸਭ ਤੋਂ ਵੱਡੀ ਦਿੱਕਤ ਰਹੀ। ਔਰ ਸਰਕਾਰਾਂ ਦੇ ਵੀ ਇਹਨਾਂ ਦੇ ਵੀ ਐਲੀਗੇਸ਼ਨ ਲੱਗੇ, ਉਹ ਬਹੁਤ ਵੱਡਾ। ਮੈਂ ਅੱਜ ਅਨਾਉਂਸ ਕਰ ਰਿਹਾ, ਸਾਡੇ ਮਿਨਿਸਟਰ ਵੀ ਹੈ ਕਿ ਸ਼ਰਾਬ ਦੀ ਕਾਰਪੋਰੇਸ਼ਨ ਬਣਾਈ ਜਾਊਗੀ ਤੇ ਰੇਤ ਦਾ ਵੀ ਕਾਰਪੋਰੇਸ਼ਨ ਬਣਾਈ ਜਾਊਗੀ। ਗਵਰਨਮੈਂਟ ਕਾਰਪੋਰੇਸ਼ਨ ਵਿਲ ਰਨ ਦਾ ਐਲਕੋਹਲ ਬਿਜ਼ਨਸ ਐਂਡ ਜਿਹੜਾ ਆਪਣਾ ਰੇਤ ਦਾ, ਗਵਰਨਮੈਂਟ ਕਾਰਪੋਰੇਸ਼ਨ। ਬਾਦਲ ਸਾਹਿਬ ਇੱਧਰ ਜੀ, ਇੱਧਰ ਸੁਖਬੀਰ ਜੀ, ਤੁਸੀਂ ਅਸੀਂ ਕਾਰਪੋਰੇਸ਼ਨ ਸਟਾਕ ਯਾਰਡਸ ਖੋਲ ਦੂਗੀ ਤੇ ਤੁਸੀਂ ਸਟਾਕ ਯਾਰਡ ਤੋਂ ਲੈ ਸਕੋਗੇ। ਸੁਖਬੀਰ ਜੀ, ਤੁਸੀਂ ਮੁਲਾਜ਼ਮਾਂ ਵਾਸਤੇ ਐਲਾਨ ਕੀਤਾ ਹੈਗਾ, ਜਿਹੜੀ 2004 ਤੋਂ ਪੈਨਸ਼ਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਤੇ ਇਹਦਾ ਪੈਸਾ ਬਹੁਤ ਜ਼ਿਆਦਾ ਬਣ ਜਾਣਾ ਹੈਗਾ। ਮੁਲਾਜ਼ਮਾਂ ਦੇ ਵਿੱਚ ਵੀ ਭਰਮ ਭੁਲੇਖਾ ਹੈਗਾ ਵੀ ਬਾਦਲ ਸਾਹਿਬ ਸਹੀ ਗੱਲ ਕਹਿ ਰਹੇ ਨੇ ਜਾਂ ਸਿਰਫ ਲੋਲੀਪੌਪ ਦੇ ਰਹੇ ਨੇ। ਤੁਸੀਂ ਜਾਣਦੇ ਹੋ ਕਿ ਅੱਜ ਤੱਕ ਮੈਂ ਜੋ ਕਿਹਾ ਉਹ ਕੀਤਾ ਹੈ। ਆਹ ਰੈਪੂਟੇਸ਼ਨ ਹੈ ਐਂਡ ਰੈਪੂਟੇਸ਼ਨ ਅਸੀਂ, ਕਿਉਂਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਅਸੀਂ ਰਹਿਣਾ ਇੱਥੇ ਹੈ। ਅੱਜ ਸਾਨੂੰ ਕਿਉਂ ਟਰਸਟ ਕਰਦੇ ਲੋਕ? ਕਿਉਂਕਿ ਅਸੀਂ ਜ਼ਬਾਨ ਦੇ ਪੱਕੇ ਹਾਂ। ਪਿਛਲੀ ਵਾਰ ਵੀ ਜਦੋਂ ਮੈਂ ਆਟਾ ਦਾਲ ਸਕੀਮ ਅਨਾਉਂਸ ਕੀਤੀ ਸੀ, ਕਹਿੰਦੇ ਕਿਵੇਂ ਹੋਊਗਾ? ਜੋ ਟਿਊਬਲਾਂ ਦੇ ਬਿੱਲ ਅਨਾਉਂਸ ਕੀਤੇ ਸੀ, ਉਦੋਂ ਕਿਵੇਂ ਹੋਊਗਾ? ਸੁਖਬੀਰ ਜੀ, ਬੜੀ ਸਾਰੀ ਸਕੀਮ ਤੁਹਾਡੀਆਂ ਇਦਾਂ ਦੀਆਂ ਨੇ ਜਿਹਨੂੰ ਆਪਾਂ ਸਰਕਾਰ ਆਂਦੇ ਹੀ ਲਾਗੂ ਕਰ ਸਕਦੇ ਆ।
ਬੁਢਾਪਾ ਪੈਨਸ਼ਨ ਦੀ ਗੱਲ ਕਰ ਲਈਏ ਜਾਂ ਸ਼ਗਨ ਸਕੀਮ ਦੀ ਗੱਲ ਕਰ ਲਈਏ, ਕਿਆ ਉਹਨੂੰ ਸਰਕਾਰਾਂ ਦੀ ਲਾਗੂ ਕੀਤਾ ਜਾਏਗਾ ਜਾਂ 5 ਸਾਲ ਤੋੜਵੇਂ ਚ ਦਿੱਤੀ ਨਹੀਂ ਜਾਏਗੀ? ਅਸੀਂ ਲਾਗੂ ਕਰਨ ਵਾਸਤੇ ਕੀਤਾ ਹੈ, ਹੋਰ ਕਿ ਪਹਿਲੀ ਪੇ ਸਰਕਾਰ ਨੇ ਕਿਹਾ ਸੀ ਕਿ ਅਸੀਂ ਕਾਂग्रेस पार्टी नहीं है ना आम आदमी पार्टी है। सुखबीर जी इस तरह से आम आदमी पार्टी की बात करें या कांग्रेस की बात करें, उन्होंने महिलाओं के ऊपर जोर दिया है कि महिलाओं के लिए ये करेंगे, 1,000 रुपए देंगे, 2,000 रुपए देंगे। आपके मैनिफेस्टो में कोई महिलाओं का जिक्र नहीं है। आपने सुना नहीं है, मैंने बोला 2,000 रुपया जो आटा दाल स्कीम के अंदर महिलाएं हैं वो उन परिवार को 2,000 रुपया महीने का रसोई खर्च। ਸੁਖਬੀਰ ਸਰ ਹੈਲੋ देखो ਐਚੀ ਮੈਂ ਜਿਹੜਾ ਮੇਰਾ ਜ਼ੋਰ ਹੈ, ਅਸੀਂ ਜਿਹੜਾ ਜਨਰਲ ਕੈਟਾਗਰੀ ਦੇ ਵੀ ਗਰੀਬ ਹੈ ਉਹਨਾਂ ਨੂੰ ਵੀ ਇਨਕਲੂਡ ਕੀਤਾ ਹੈ। ਤੁਸੀਂ ਦੇਖੋ ਜਿਹੜਾ ਮੈਂ 2,000 ਰੁਪਏ ਕੀਤਾ ਹੈ ਲੜਕੀਆਂ ਵਾਸਤੇ, ਨੀਲਾ ਕਾਰਡ ਰੱਖਿਆ ਹੈ। ਨੀਲੇ ਕਾਰਡ ਵਿੱਚ ਜਨਰਲ ਗਰੀਬ ਵੀ ਆ ਜਾਂਦੇ ਆ, OBC ਗਰੀਬ ਵੀ ਆ ਜਾਂਦੇ ਤੇ ਵੀਕਰ ਸੈਕਸ਼ਨ ਸਾਰੇ ਆ ਜਾਂਦੇ ਆ। ਉਵੇਂ ਹੀ ਜਿਹੜਾ ਲਾਈਫ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਆ ਸਾਰਿਆਂ ਵਾਸਤੇ ਆ। ਸੋ ਮੇਰੀ ਸੋਚ ਹੈ ਗਰੀਬ ਭਾਵੇਂ ਕਿਸੇ ਵੀ ਆਪਣੇ ਸੈਕਸ਼ਨ ਦਾ ਹੋਏ ਪਰ ਗਰੀਬ ਨੂੰ ਗਰੀਬ ਹੀ ਹੋਣਾ ਚਾਹੀਦਾ। ਬਾਦਲ ਸਰ ਨੀਰਜ ਬਾਦਲ ਸਰ ਇੱਕ ਸਵਾਲ ਸਰ what is the larger plan for revenue generation? Badal sir, your schemes require lots of money, they are cost intensive. So where would you bring money from? Because the government has been struggling to one ਜਿਹੜੀ 14,000 ਕਰੋੜ ਦੀ ਸਬਸਿਡੀ ਹੈ, I will try to get it down as low as possible. That will be the saving, cash saving. Second, liquor corporation is going to be second excise revenue. एक compliances ਜਿਹੜੀ ਕੀ ਹੁੰਦਾ, ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪਿਛਲੀ ਵਾਰ ਜਿਹੜੀ ਐਕਸਾਈਜ਼ ਸੀ ਤੁਸੀਂ ਯਾਦ ਕਰੋ, ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ 2002 ਚ ਬਣਿਆ 2,000 ਕਰੋੜ ਰੁਪਇਆ ਐਕਸਾਈਜ਼ ਤੋਂ ਆਉਂਦਾ ਸੀ। ਜਦੋਂ 2007 ਚ ਗਿਆ ਉਦੋਂ ਵੀ 2,000 ਕਰੋੜ ਹੀ ਸੀ। ਅਸੀਂ 2007 ਚ ਆਏ 2,000 ਤੋਂ ਵਧਾ ਕੇ 5,500 ਕਰੋੜ ਰੁਪਏ ਲੈ ਗਏ। ਜਿਹੜਾ ਵੈਟ ਸੀ ਜਦੋਂ 2007 ਚ ਆਏ 5,000 ਕਰੋੜ ਰੁਪਇਆ ਵੈਟ ਸੀ, ਜਦੋਂ 2017 ਚ ਗਏ 20,000 ਕਰੋੜ ਰੁਪਇਆ ਸਾਲ ਦਾ ਵੈਟ ਕਰਤਾ ਸੀ। ਅਸੀਂ ਮੈਨੇਜਮੈਂਟ, ਅਸੀਂ ਸਰਕਾਰ ਚਲਾਈ, ਮੈਂ ਤਾਂ ਕਿਹਾ ਰੈਵਨਿਊ ਇਨਕਰੀਜ਼ ਕੀਤਾ। ਇਹਨਾਂ ਨੇ ਲੀਕੇਜ, ਇਹਨਾਂ ਨੇ ਕੀ ਕੀਤਾ, ਲੁੱਟਦੇ ਆ। ਹੁਣ ਕੀ ਹੈ, ਚੰਨੀ ਕਰੋੜਾਂ ਰੁਪਏ ਰੇਤੇ ਤੋਂ ਖਾਈ ਜਾਂਦਾ ਹੈ। ਇੱਥੇ ਕੋਈ ਕੰਟਰੋਲ ਹੀ ਨਹੀਂ ਹੈ, ਲੁੱਟਣ ਤੇ ਲੱਗੇ ਹੈ, ਕੋਈ ਕੰਟਰੋਲ ਕਮਾਂਡ ਸਿਸਟਮ नहीं है। Because sir, बादल सर नीरज हूँ न्यूज 18 से। मेरा सवाल है, अरविंद केजरीवाल ने आरोप लगाया है कि तमाम जो पार्टियां हैं उनकी पार्टी को हराने की कोशिश कर रही हैं, और आपने अभी थोड़ी देर पहले कहा कि आपकी सरकार बनेगी तो भाईचारे की सरकार होगी। अरविंद केजरीवाल ने आशंका जताई है कि पंजाब में हिंदुओं की सुरक्षा को खतरा हो सकता है, आतंकवाद का दौर दोबारा नहीं आना चाहिए। मैं वही बोलना चाहता हूं जो मैं आपको पहले बताया, ये जो पार्टियां हैं ये भाइयों को लड़ाना चाहते हैं। ये अरविंद केजरीवाल की बात कहनी कि हिंदुओं को खतरा है, इसका मतलब क्या करना, वो हिंदू सिख में डिवाइड करना चाहता है। इससे बुरी बात क्या हो सकती है। पंजाब एक ऐसा सूबा है जहां हिंदू सिख मुस्लिम ईसाई भाई भाई रह के जाके रहते हैं। अकाली दल की सोच है, बीएसपी अकाली दल की सोच है कि हम इकट्ठे रहें। इन पार्टियों की सोच है क्योंकि हमने एक सेक्शन का मैं चाहना है कि डायरेक्शन आए जिमें क्रिमिनल। ओ यार मेरी गल तो सुनो, मैं जरा कर रहे हैं जिमें इलैक्शन कमिशन ने ਜਿਹੜੇ ਕ੍ਰਿਮੀਨਲ ਹੈ ਜਿਹੜੇ ਕਨਵਿਕਟ ਹੋ ਗਏ ਹੈ ਉਹ 6 ਸਾਲ ਇਲੈਕਸ਼ਨ ਨਹੀਂ ਲੜ ਸਕਦੇ। ਉਵੇਂ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਜਿਹੜਾ ਮੈਨੀਫੈਸਟੋ ਹੋਏ, ਜਿਹੜੀ ਪਾਰਟੀ ਤੁਸੀਂ 100% ਨਾ ਕਹੋ 75% ਕਰ ਲਓ, ਭਾਵੇਂ 75% ਤੋਂ ਘੱਟ ਕਰੂਗੀ ਉਹ 6 ਸਾਲ ਇਲੈਕਸ਼ਨ ਨਹੀਂ ਲੜ ਸਕਦੀ। ਮੈਂ ਤਾਂ ਉਹ ਚਾਹੀਦਾ ਫਿਰ ਆਪਣੇ ਆਪ ਹੀ ਸਾਰੀਆਂ ਟੀਕਾਂ ਹੋਣਗੀਆਂ। ਸੁਖਬੀਰ ਜੀ, ਪਿਛਲੇ ਜਦੋਂ ਇਲੈਕਸ਼ਨ ਸੀਗੇ
ਉਦੋਂ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਸਾਡੀ ਭਾਈਵਾਲ ਸਰਕਾਰ ਉੱਪਰ ਹੈਗੀ ਹੈ, ਅਸੀਂ ਤੇ ਨੋਟਾਂ ਦੇ ਟਰੱਕ ਭਰ ਕੇ ਲੈ ਆਵਾਂਗੇ। ਇਸ ਵਾਰੀ ਤੁਹਾਡੇ ਤੇ ਖਿਲਾਫ ਹੈ, ਉੱਪਰ ਜਿਹੜੀ ਵੀ ਆ ਜੇ ਉਹ ਤੁਹਾਡੇ ਖਿਲਾਫ ਹੈਗੀ ਹੈ। ਔਰ ਬੀਜੇਪੀ ਇਸ ਤਰ੍ਹਾਂ ਦੇ ਨਾਲ ਕਹਿ ਰਹੀ ਹੈ ਕਿ ਡਬਲ ਇੰਜਨ ਸਰਕਾਰ ਆਏਗੀ ਤਾਂ ਹੀ ਚੱਲ ਪਾਏਗਾ। ਸਟੇਟ ਨੂੰ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ। ਤੁਸੀਂ ਆਪਣੇ ਰਿਸੋਰਸਿਸ ਇੱਥੋਂ ਤੁਹਾਨੂੰ ਲੱਗਦਾ ਕਿ ਜੇ ਸੈਲਫ ਡਿਪੈਂਡੈਂਟ ਹੋਵੋਗੇ ਤਾਂ ਚੱਲੋਗੇ। ਦੂਸਰੀ ਚੀਜ਼, ਬੀਜੇਪੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿਰ ਵੱਢਿਆ ਜਾਏ ਤੇ ਅਮਨ ਭਾਈਚਾਰਾ ਖਰਾਬ ਨਹੀਂ ਹੋਣ ਦੇਵਾਂਗੇ। ਬੀਜੇਪੀ ਵੀ ਮੈਨੀਫੈਸਟੋ ਰਿਲੀਜ਼ ਕਰਦੀ ਹੈ, ਕਹਿੰਦੀ ਸਾਡੀ ਪ੍ਰਾਇੋਰਟੀ ਹੈਗੀ ਹੈ ਅਮਨ ਭਾਈਚਾਰਾ, ਪਰ ਉਹ ਨਾਲੇ ਗੱਲ ਕਰਦੀ ਹੈ ਕਿ ਐਂਟੀ ਕਨਵਰਜਨ ਅਸੀਂ ਲਾਅ ਲੈ ਕੇ ਆਵਾਂਗੇ। ਔਰ ਤੁਸੀਂ ਮੁਸਲਿਮ ਵੈਲਫੇਅਰ, ਕ੍ਰਿਸਚੀਅਨ ਵੈਲਫੇਅਰ ਬੋਰਡ ਲਿਆਉਣ ਦੀ ਗੱਲ ਕਰਦੇ ਹੋ। ਫਿਰ ਇਹਦੇ ਵਿੱਚ ਜਿਹੜਾ ਕੰਟਰਾਸਟ ਹੈ ਸੂਟ ਕੀ ਕਰਦਾ ਪੰਜਾਬ? ਮੈਂ ਦੂਜੀ ਪਾਰਟੀਆਂ ਦੀ ਸੋਚ ਬਾਰੇ ਤੁਹਾਨੂੰ ਪਤਾ ਹੀ ਹੈ, ਅਕਾਲੀ ਦਲ ਦੀ ਸੋਚ ਹੈ, ਕਿਉਂਕਿ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ। ਸਾਡੇ ਵਾਸਤੇ ਪੰਜਾਬ ਸਾਰਾ ਕੁਝ ਹੈ, ਇਹਨਾਂ ਵਾਸਤੇ ਪੰਜਾਬ ਇੱਕ ਮੋਹਰਾ ਹੈ। ਜੇ ਠੀਕ ਹੈ ਮਿਲੀ ਨਹੀਂ ਮਿਲੀ, ਸਾਡੀ ਤੋਂ ਜਾਨ ਪੰਜਾਬ ਵਾਸਤੇ ਹੈ, ਬੀਜੇਪੀ ਦੀ ਜਾਨ ਪੰਜਾਬ ਵਾਸਤੇ ਜਾਊਗੀ। ਅਸੀਂ ਆਪਣੇ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲਣ ਵਾਲੀ ਪਾਰਟੀ ਹੈ, ਸਰਬੱਤ ਦੇ ਭਰੇ ਦੀ ਪਾਰਟੀ। ਤਾਈਓ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਤਾਂ ਬਣੇ ਕਿਉਂਕਿ ਸਾਰੇ ਧਰਮਾਂ ਦੇ ਲੋਕ ਵਿਸ਼ਵਾਸ ਕਰਦੇ ਹੈ ਕਿ ਬਾਦਲ ਸਾਹਿਬ ਤੇ ਅਕਾਲੀ ਦਲ ਦੀ ਸੋਚ ਭਰਾਵਾਂ ਨੂੰ ਇਕੱਠੇ ਕਰਨਾ ਹੈ। ਹੁਣੀ ਕੇਜਰੀਵਾਲ ਨੇ ਹੁਣੀ ਬਿਆਨ ਦਿੱਤਾ, ਤੁਸੀਂ ਕਿਹਾ ਕਿ ਉਹ ਕਹਿੰਦਾ ਹਿੰਦੂ ਪਰਿਵਾਰ ਸੁਰੱਖਿਅਤ ਨਹੀਂ ਰਹਿਣਗੇ, ਤੇ ਬੀਜੇਪੀ ਨੇ ਤੁਸੀਂ ਕਿਹਾ ਅਸੀਂ ਚੀਜ਼ਾਂ ਕੀਤੀਆਂ। ਆਹ ਸਾਰੀਆਂ ਚੀਜ਼ਾਂ ਭਾਈਚਾਰੇ ਨੂੰ ਤੋੜਨ ਵਾਲੀ ਗੱਲਾਂ ਹੈ। ਅੱਜ ਤਾਈਓ ਮੈਂ ਕਹਿੰਦਾ ਜੇ ਪੰਜਾਬ ਨੂੰ ਬਚਾਉਣਾ ਹੈ, ਪੰਜਾਬੀਆਂ ਦੀ ਆਪਣੀ ਪਾਰਟੀ ਨੂੰ ਤਗੜਾ ਕਰੋ, ਆਹ ਪੰਜਾਬ ਨੂੰ ਜੋੜ ਕੇ ਰੱਖੂ। ਆਹ ਸਾਰਿਆਂ ਨੇ ਪੰਜਾਬ ਨੂੰ ਤੋੜ ਦੇਣਾ, ਜਿਵੇਂ ਦੂਜੇ ਸੂਬੇ ਲੜਾਈ ਹੁੰਦੀ ਹੈ ਉਹਨਾਂ ਸਾਰਿਆਂ ਨੇ ਕਰਾਉਣੀ ਹੈ। ਬਾਦਲ ਸਾਹਿਬ, ਸੁਖਬੀਰ ਜੀ, ਬਾਦਲ ਸਾਹਿਬ ਇੱਕ ਕੁਐਸਚਨ ਹੈ। ਤੁਸੀਂ EMPLOYEES ਦੇ ਬਾਰੇ ਗੱਲ ਕੀਤੀ ਹੈ, ਜਿਹੜੀ ਪੈਨਸ਼ਨ ਸਕੀਮ ਦੇ ਬਾਰੇ। ਬਾਦਲ ਸਾਹਿਬ ਦੇ ਟਾਈਮ ਦੇ ਉਹ ਐਗਜ਼ੈਕਟ ਪਤਾ ਨਹੀਂ ਉਦੋਂ ਕੀ ਹੋਇਆ, ਪਰ ਆ ਜੋ ਕਮਿਟਮੈਂਟ ਮੈਂ ਦੇ ਰਿਹਾ, ਇਟ ਇਜ਼ ਮਾਈ ਕਮਿਟਮੈਂਟ। ਮੇਰਾ ਇੱਕ ਪ੍ਰਾਈਵੇਟ ਸੁਖਬੀਰ ਜੀ ਦਿਸ ਸਾਈਡ ਪਲੀਜ਼। ਸੁਖਬੀਰ ਜੀ ਲਾਸਟ ਕੁਐਸਚਨ ਦਿਸ ਸਾਈਡ ਸੁਖਬੀਰ ਜੀ ਦਿਸ ਸਾਈਡ। ਹਾਂਜੀ ਹਾਂ, ਲਾਸਟ ਕੁਐਸਚਨ ਲਾਸਟ ਕੁਐਸਚਨ ਸੁਖਬੀਰ ਜੀ। ਸੁਖਬੀਰ ਜੀ ਇੱਕ ਮਿੰਟ। ਸੁਖਬੀਰ ਜੀ ਲਾਸਟ ਮੈਂ 2-3 ਗੱਲਾਂ ਹੋਰ ਦੱਸਣਾ ਚਾਹਣਾ ਹੈ। ਇੱਕ ਅਸੀਂ ਕੰਸਟਰਕਸ਼ਨ ਲੇਬਰ ਦਾ ਹਰ ਸ਼ਹਿਰ ਵਿੱਚ ਸ਼ੈੱਡ ਬਣਾਇਆ ਜਾਊ ਕੰਸਟਰਕਸ਼ਨ ਲੇਬਰ, ਕਿਉਂਕਿ ਉਹਨਾਂ ਦਾ ਨਹੀਂ ਬਹੁਤ ਜਗ੍ਹਾ ਤੇ ਹੈ ਨਹੀਂ। ਜਿਹੜਾ ਹੈਗਾ ਇੱਕ ਹੈਗਾ, ਇੱਕ ਵੱਖ-ਵੱਖ ਜਿਹੜੀਆਂ ਜਿਵੇਂ ਪਰਵਾਂਚਲ ਭਾਈਚਾਰਾ ਹੈ ਉਹਨਾਂ ਦਾ ਬੋਰਡ ਬਣੂਗਾ, ਵੈਲਫੇਅਰ ਗੁੱਜਰ ਭਾਈਚਾਰਾ ਹੈ ਉਹਨਾਂ ਦਾ ਬੋਰਡ ਬਣੂਗਾ, ਕਿਉਂਕਿ ਆਹ ਛੋਟੀਆਂ ਕਮਿਊਨਿਟੀਜ਼ ਹੈ ਜਿਨ੍ਹਾਂ ਨੂੰ ਆਪਣੀ ਆਵਾਜ਼ ਉਠਾਉਣ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ। ਸੋ ਅਸੀਂ ਆ ਵੈਲਫੇਅਰ ਬੋਰਡ ਬਾਰੇ, ਜਿਵੇਂ ਖੱਟੀ ਕਰੇਗਰ ਭਾਈਚਾਰਾ, ਗਾਡਰੀ, ਜਿਵੇਂ ਉਹਨਾਂ ਦਾ ਬਣਾ ਕੇ ਵੈਲਫੇਅਰ ਬੋਰਡ ਘੱਟ ਤੋਂ ਘੱਟ ਉਹਨਾਂ ਦੀ ਕਨੈਕਸ਼ਨ ਸਰਕਾਰ ਨਾਲ ਜੁੜੂਗੀ।